वाहिगुरु जी का खालसा वाहिगुरु जी की फतेह। गुरु दर ते हाजर गुरु सवारे खालसा जी, आप जी वडभागे हो जो 8वें पातशाह बाला प्रीतम सतगुरु जिस डिठै सब दुख जाए, इन्हां अजमतां वडियाइयां दे मालक गुरु हरकृष्ण साहब महाराज जी दे पवित्र चरण छोह प्राप्त इतिहासक अस्थान गुरुद्वारा बंगला साहब जी की यात्रा करदे हां। जुगो जुग अटल छतर चवर तखत दे मालक धन 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 श्री गुरु ग्रंथ साहिब पातशाह महाराज जी दे हजूर मनुखा जीवन दीयां घड़ियां नूं सफला कर रहे हो। हुण समा है गुरु दरबार दे निजम अनुसार गुरु इतिहास दी चल रही लड़ीवार कथा दा अपनियां मन बिरतियां इकागर करो, रसना पवित्र कर दे एक बार, सारे उच्चारण करो जी सतनाम वाहिगुरु जी। ये इतिहास पहले पातशाह जाहर पीर जगत गुरु कल तारन आए श्री गुरु नानक देव महाराज जी का है। प्रसंग है सच्चे पातशाह करतारपुर साहब रहिंदे ने, खेतीबाड़ी करते ने करवाउंदे ने। बड़ी सोहनी करतारपुर साहब दे विच धर्मशाला बनी है जिथे सवेर शाम अमृत बाणी की वर्खा होंदी है, कीर्तन हुंदा है। सतगुरु आप संगत दी झोली विच बचन पाउंदे ने। हजारां संगतां आउंदियां ने, नवाजियां जांदियां ने, बख्शियां जांदियां ने। वो जिहड़े गुरु पिता महाराज तो नवाजे गए बख्शे गए, उन्हां विचों कुछ ऐसियां भागां वालियां रूहां भी होईयां ने जिन्हां दा जिक्र गुरु इतिहास विच आउंदा है, जिन्हां दे नाम अमर हो गए, जिन्हां दे नाम इतिहास विच लिखे गए, जिन्हां दे नामां दीयां साखियां जदों तक ये धरती रहेगी उदों तक वो साखियां सुनियां जाणगियां, सुनाइयां जाणगियां। बहुत सारे सिखां दा जिक्र वखरे वखरे धर्मां तो आपा सरवण कीता है। कोई मुसलमान है, कोई खतरी है। सच्चे पातशाह सारियां नूं ही परमार्थ दा रस्ता बख्शदे हन। अज दी जो कथा है कि दो सक्के भरा गुरु पिता महाराज दे हजूर आए ने। उन्होंने आके बेनती की, महाराज तुहाडे तो वड्डा होर कोई नहीं है जिन्हां दे कोलों मंगिया जाए और जो मंगीए वो प्राप्त होवे। सो इस कथा दे नाल आपां जुड़िए। सच्चे पातशाह मेहर करन कि कोई मत
ਕੋਈ ਸ਼ੁਭ ਗੁਣ ਸੱਚੇ ਪਾਤਸ਼ਾਹ ਸਾਡੀ ਝੋਲੀ ਵਿੱਚ ਪਾਉਣ। ਹਾਂਜੀ। ਸੀਹਾਂ ਗੱਜਣ ਦੋਨੋਂ ਭਾਈ, ਸੋ ਆਏ ਸਤਿਗੁਰ ਸ਼ਰਨਾਈ। ਇੱਕ ਸਿੱਖ ਦਾ ਨਾਂ ਭਾਈ ਸ਼ੀਹਾ ਹੈ, ਇੱਕ ਦਾ ਨਾਂ ਹੈ ਭਾਈ ਗੱਜਣ। ਉਸ ਵੇਲੇ ਨਾਵਾਂ ਦੇ ਨਾਲ ਹੋਰ ਬਹੁਤੇ ਵਿਸ਼ੇਸ਼ਣ ਨਹੀਂ ਸੀ ਲਾਏ ਜਾਂਦੇ। ਖਾਸ ਕਰਕੇ ਸਿੱਖੀ ਵਾਲਾ ਜਿਹੜਾ ਇਹ ਵਿਧਾਨ ਹੈ, ਸਿੰਘ ਤੇ ਕੌਰ ਸ਼ਬਦ, ਇਹ ਵੀ ਨਹੀਂ ਸੀ ਲਿਖਿਆ ਜਾਂਦਾ। ਇਹ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਇਸ ਨੂੰ ਲਾਜ਼ਮੀ ਕੀਤਾ ਹੈ ਕਿ ਹਰ ਅੰਮ੍ਰਿਤ ਛਕਣ ਵਾਲਾ ਮੇਰਾ ਸਿੰਘ ਜਿਹੜਾ ਹੈ ਉਹ ਆਪਣੇ ਨਾਂ ਦੇ ਨਾਲ ਸਿੰਘ ਲਿਖੇਗਾ, ਜੋ ਬੱਚੀ ਹੈ ਉਹ ਕੌਰ ਲਿਖੇਗੀ। ਤੋ ਇਹ ਦੋ ਸੱਕੇ ਭਰਾ ਨੇ ਜੋ ਗੁਰੂ ਪਿਤਾ ਮਹਾਰਾਜ ਦੀ ਸ਼ਰਨ ਵਿੱਚ ਆਏ ਨੇ, ਕਰਤਾਰਪੁਰ ਸਾਹਿਬ ਆਏ ਨੇ। ਹਾਂਜੀ। ਦਰਸ਼ਨ ਦੇਖਿਓ ਸ਼੍ਰੀ ਸੁਖ ਕੰਦਾ, ਕਰੀ ਬੰਦਨਾ ਪਦ ਅਰਬਿੰਦਾ। ਇਹਨਾਂ ਦੋਵਾਂ ਨੇ ਸੁੱਖਾਂ ਦੇ ਮੂਲ, ਸੁੱਖਾਂ ਦੇ ਮੁੱਢ, ਸੁੱਖਾਂ ਦੇ ਸੋਮੇ, ਸੁੱਖਾਂ ਨੂੰ ਜਨਮ ਦੇਣ ਵਾਲੇ ਸੁਖ ਦਾਤੇ ਸਤਿਗੁਰੂ ਜੀ ਦੇ ਦਰਸ਼ਨ ਕੀਤੇ ਨੇ। ਸਤਿਗੁਰੂ ਜੀ ਦੇ ਚਰਨਾਂ ਤੇ ਦੋ ਹੱਥ ਜੋੜ ਕੇ ਮੱਥਾ ਟੇਕਿਆ ਹੈ। ਹਾਂਜੀ। ਘਰ ਜੋਰੇ ਠਾਂਡੇ ਪਏ, ਅਸ ਕੀਨੀ ਅਰਦਾਸ। ਇਹਨਾਂ ਨੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਣ ਤੋਂ ਬਾਅਦ ਹੱਥ ਜੋੜ ਲੈ ਖੜੇ ਹੋ ਗਏ। ਹੁਣ ਅਰਦਾਸ ਦੀ ਵਿਧੀ ਵੀ ਇਹੀ ਹੈ। ਜੇ ਤੁਸੀਂ ਅਰਦਾਸ ਕਰਨੀ ਹੋਵੇ ਤੇ ਉਹਦੀ ਇਹੀ ਵਿਧੀ ਹੈ ਕਿ ਦੋਏ ਕਰ ਜੋੜ ਕਰੋ ਅਰਦਾਸ, ਤੁਧ ਭਾਵੈ ਤਾਂ ਆਣੇ ਰਾਸ। ਇਹ ਜ਼ਰੂਰ ਆਪਣੇ ਮਨ ਵਿੱਚ ਰੱਖਣਾ। ਤੁਸੀਂ ਹੱਥ ਜੋੜ ਕੇ ਬੇਨਤੀ ਕਰਨ ਲੱਗੇ ਹੋ, ਹੁਕਮ ਨਹੀਂ ਕਰਨ ਲੱਗੇ ਕਿ ਜੋ ਤੁਸੀਂ ਕਿਹਾ ਜੀ ਉਹ ਲਾਜ਼ਮੀ ਪੂਰਾ ਹੋਣਾ ਚਾਹੀਦਾ। ਸਾਡੀ ਕਿਤੇ ਨਾ ਕਿਤੇ ਸਕੂਲਿੰਗ ਦੇ ਵਿੱਚ, ਪੜ੍ਹਾਈ ਦੇ ਵਿੱਚ ਸਾਡੀਆਂ ਜਿਹੜੀਆਂ ਸਾਨੂੰ ਸਿੱਖਿਆ ਮਿਲਦੀਆਂ ਨੇ, ਉੱਥੇ ਸਾਡੀ ਮਤ ਬੁੱਧ ਵਿੱਚ ਇੱਕ ਬਹੁਤ ਵੱਡਾ ਇੱਕ ਬਰਲ ਪਿਆ ਹੋਇਆ ਹੈ। ਸਾਨੂੰ ਨਹੀਂ ਇਸ ਗੱਲ ਦੀ ਸਮਝ ਆਉਂਦੀ ਕਿ ਬੇਨਤੀ ਦਾ ਭਾਵ ਕੀ ਹੁੰਦਾ ਹੈ। ਬੇਨਤੀ ਦਾ ਭਾਵ ਹੁੰਦਾ ਹੈ ਕਿ ਅਗਲੇ ਦੀ ਮਰਜ਼ੀ ਹੈ, ਮੰਨੇ ਨਾ ਮੰਨੇ। ਇਹ ਤੇ ਹੁਕਮ ਹੁੰਦਾ ਹੈ ਕਿ ਸਾਹਮਣੇ ਵਾਲੇ ਨੂੰ ਮੰਨਣਾ ਪਵੇਗਾ, ਪਰ ਹੁਕਮ ਕਰਨ ਵਾਲੇ ਦੀ ਇੱਕ ਹੈਸੀਅਤ ਹੋਣੀ ਚਾਹੀਦੀ ਹੈ ਕਿ ਜੇ ਅਗਲਾ ਨਾ ਮੰਨੇ ਤੇ ਕੀ ਮਨਾਉਣ ਦੀ ਤੁਹਾਡੀ ਹੈਸੀਅਤ ਹੈ। ਸਾਡੀ ਬਹੁਤਿਆਂ ਦੀ ਹੈਸੀਅਤ ਤੁਸੀਂ ਵੇਖਿਆ ਹੀ ਹੈ, ਘਰ ਵਾਲੇ ਵਰਗੀ ਹੁੰਦੀ ਹੈ। ਘਰ ਵਾਲਾ ਹੁਕਮ ਕਰਦਾ, ਮੈਂ ਤੈਨੂੰ ਕਿਹਾ ਗਰਮ ਪਾਣੀ ਕਰ ਦੇ, ਉਹ ਅੱਗੋਂ ਕਹਿੰਦੀ ਜੇ ਮੈਂ ਨਾ ਕਰਾਂ ਤੇ ਕਹਿੰਦਾ ਚਲ ਕੋਈ ਨਹੀਂ, ਮੈਂ ਠੰਡੇ ਨਾਲ ਨਹਾ ਲਾਂਗਾ। ਸਾਡੇ 'ਚ ਬਹੁਤੇ ਹੁਕਮ ਕਰਨ ਵਾਲੇ ਇੱਦਾਂ ਦੇ ਨੇ। ਮਤਲਬ ਇੱਕ ਸ਼ੌਕ ਹੈ ਉਹਨਾਂ ਨੂੰ ਹੁਕਮ ਕਰਨ ਦਾ, ਪਰ ਹੁਕਮ ਤੇ ਤਾਮੀਲ ਕਰਾਉਣ ਲਈ ਤੁਹਾਡੇ ਕੋਲ ਇੱਕ ਸ਼ਕਤੀ ਚਾਹੀਦੀ ਹੈ। ਇਸੇ ਕਰਕੇ ਹੁਕਮ ਤਖਤਾਂ ਵਾਲੇ ਲੋਕ ਕਰਦੇ ਨੇ। ਐਵੇਂ ਮੰਜੀ ਪੀੜੀ ਤੇ ਬੈਠੇ ਬੰਦੇ ਨੇ ਕੀ ਹੁਕਮ ਕਰਨਾ ਹੈ। ਤੋ ਸੱਚੇ ਪਾਤਸ਼ਾਹ ਦੇ ਦਰ ਤੇ ਹੁਕਮ ਤਾਂ ਹੋ ਹੀ ਨਹੀਂ ਸਕਦਾ, ਕੇਵਲ ਅਰਦਾਸ ਹੀ ਬਣ ਆਉਂਦੀ ਹੈ। ਇੱਥੇ ਸਿਰਫ ਹੱਥ ਜੋੜਨੇ ਹੀ ਯੋਗਤਾ ਹੈ। ਜਿਸ ਠਾਕਰ ਸਿਓ ਨਾਹੀ ਚਾਰਾ, ਤਾਕੋ ਕੀਜੈ ਸਦ ਨਮਸਕਾਰਾ। ਆਪੇ ਜਾਣੈ ਕਰੇ ਆਪ, ਆਪੇ ਆਣੇ ਰਾਸ। ਤਿਸੈ ਅੱਗੇ ਨਾਨਕਾ ਖੜੈ ਕੀਚੈ ਅਰਦਾਸ। ਬੇਨਤੀ ਕਰਨ ਵਾਸਤੇ ਖੜੇ ਹੋਣਾ ਵੀ ਇੱਕ ਵਿਧੀ ਹੈ। ਹੱਥ ਜੋੜਨੇ ਇਹ ਵੀ ਇੱਕ ਵਿਧੀ ਹੈ। ਬੇਨਤੀ ਦੇ ਸ਼ਬਦਾਂ ਦੀ ਚੋਣ ਹੋਣੀ ਇਹ ਵੀ ਇੱਕ ਵਿਧੀ ਹੈ।
ਜਿਵੇਂ ਕਹਿੰਦੇ ਨਾ ਵੀ ਥਾਣੇਦਾਰ ਬੰਦਾ ਸੀ ਤੇ ਨੌਕਰੀ ਚਲੀ ਗਈ ਤੇ ਸਬਜ਼ੀ ਵੇਚਣ ਲੱਗ ਗਿਆ। ਹੁਣ ਸਬਜ਼ੀ ਵੀ ਉਵੇਂ ਹੀ ਵੇਚਦਾ ਜਿਵੇਂ ਥਾਣੇਦਾਰੀ ਕਰਦਾ ਸੀ। ਆਲੂ ਲੈ ਲਓ, ਗੋਭੀ ਲੈ ਲਓ। ਉਹ ਕਿ ਸਿਆਣੇ ਨੇ ਕਿਹਾ ਵੀ ਭਰਾਵਾ ਤੂੰ ਉਹ ਥਾਣੇਦਾਰੀ ਛੱਡ, ਜੇ ਸਬਜ਼ੀ ਵੇਚਣੀ ਹੈ ਤੇ ਤੈਨੂੰ ਭਾਖਿਆ ਵੀ ਉੱਦਾਂ ਦੀ ਬੋਲਣੀ ਪੈਣੀ ਹੈ। ਜੇ ਬੇਨਤੀ ਕਰਨੀ ਹੈ ਤੇ ਸ਼ਬਦ ਵੀ ਬੇਨਤੀ ਵਾਲੇ ਹੋਣਗੇ। ਇਹ ਇੱਕ ਮਰਿਆਦਾ ਹੈ ਜਿਹੜੀ ਸਾਨੂੰ ਗੱਲ ਨਹੀਂ ਸਮਝ ਆਉਂਦੀ। ਇਹ ਤੇ ਸਾਨੂੰ ਸਮਝ ਆਉਂਦੀ ਹੈ ਵੀ ਅਰਦਾਸ ਵਿੱਚ ਬੜੀ ਸ਼ਕਤੀ ਹੈ। ਜਾਂ ਇਉਂ ਵੀ ਕਹਿ ਲਈਏ ਕਿ ਅਗਰ ਸਿੱਖ ਦੇ ਕੋਲ ਕੋਈ ਸ਼ਕਤੀ ਹੈ ਤਾਂ ਸਿਰਫ ਅਰਦਾਸ ਹੈ ਹੀ ਅਰਦਾਸ। ਹੋਰ ਸਾਡੇ ਕੋਲ ਕੁਛ ਹੈ ਹੀ ਨਹੀਂ। ਗੁਰੂ ਦੇ ਅੱਗੇ ਅਸੀਂ ਕੀ ਕਰ ਸਕਦੇ ਹਾਂ? ਸਾਡਾ ਕੋਈ ਤਾਣ ਥੋੜ੍ਹਾ ਹੈ, ਸਾਡਾ ਕੋਈ ਜ਼ੋਰ ਥੋੜ੍ਹਾ ਹੈ। ਗੁਰੂ ਦੇ ਅੱਗੇ ਸਾਡੀ ਕੀ ਪਾਇਆ, ਕੀ ਸ਼ਕਤੀ ਹੈ ਬਈ? ਸਿਰਫ ਅਸੀਂ ਅਰਦਾਸ ਕਰ ਸਕਦੇ ਹਾਂ। ਤੇ ਅਰਦਾਸ ਖਲੋ ਕੇ ਕਰਨੀ ਚਾਹੀਦੀ ਹੈ, ਅਰਦਾਸ ਹੱਥ ਜੋੜ ਕੇ ਕਰਨੀ ਚਾਹੀਦੀ ਹੈ। ਅਰਦਾਸ ਦੇ ਵਿੱਚ ਸ਼ਬਦ ਜਿਹੜੇ ਨੇ ਉਹ ਬੇਨਤੀ ਵਾਲੇ ਹੋਣੇ ਚਾਹੀਦੇ ਨੇ। ਕਰ ਜੋਰੇ ਠਾਂਡੇ ਭਏ ਅਸ ਕੀਨੀ ਅਰਦਾਸ। ਉਹਨਾਂ ਨੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ। ਭਾਈ ਸ਼ੀਹੇ ਨੇ, ਭਾਈ ਗੱਜਣ ਨੇ। ਹਾਂਜੀ। ਚਤੁਰ ਪਦਾਰਥ ਦੇਹੁ ਪ੍ਰਭ ਜਨਮ ਮਰਨ ਕਟ ਫਾਸ। ਹੁਣ ਅਰਦਾਸ ਉਹੀ ਹੈ ਜਿਹੜੀ ਤੁਸੀਂ ਕਰਦੇ ਹੋ, ਜਿਹੜੀ ਮੈਂ ਕਰਦਾ। ਉਹੀ ਅਰਦਾਸ ਭਾਈ ਸ਼ੀਹੇ ਨੇ ਕੀਤੀ, ਭਾਈ ਗੱਜਣ ਨੇ ਕੀਤੀ ਹੈ। ਪਰ ਕਰਨ ਵਿੱਚ ਫਰਕ ਹੈ। ਅਰਦਾਸ ਕੀ ਹੈ? ਕਹਿੰਦੇ ਮਹਾਰਾਜ ਚਾਰ ਪਦਾਰਥ ਦਿਓ, ਧਰਮ ਵੀ ਦਿਓ, ਅਰਥ ਵੀ ਦਿਓ, ਕਾਮ ਵੀ ਦਿਓ, ਮੋਕਸ਼ ਵੀ ਦਿਓ। ਸੱਚੇ ਪਾਤਸ਼ਾਹ ਇਹ ਚਾਰੇ ਪਦਾਰਥਾਂ ਦੀ ਕਿਰਪਾ ਕਰੋ ਤੇ ਇਹਨਾਂ ਤੋਂ ਬਾਅਦ ਜਨਮ ਮਰਨ ਦੀ ਫਾਈ ਵੀ ਕੱਟ ਦਿਓ। ਵੇਖੋ ਧਰਤੀ ਤੇ ਰਹਿਣਾ ਹੈ, ਤੁਹਾਨੂੰ ਇਹਨਾਂ ਚਾਰ ਚੀਜ਼ਾਂ ਦੀ ਜ਼ਰੂਰਤ ਹੈ। ਜਦੋਂ ਇਹਾਂ ਸੁੱਖ ਦੀ ਗੱਲ ਕਰੋਗੇ, ਇਹ ਲੋਕ ਸੁਖੀਏ ਦੀ ਗੱਲ ਕਰੋਗੇ, ਜਦੋਂ ਇਸ ਜੀਵਨ ਦੀ ਗੱਲ ਕਰੋਗੇ ਤਾਂ ਉਹਦੇ ਅਰਥ ਇਹੋ ਹੀ ਨੇ ਕਿ ਭਾਈ ਤੁਹਾਡੇ ਘਰ ਵਿੱਚ ਚਾਰ ਪਦਾਰਥ ਹੋਣੇ ਚਾਹੀਦੇ ਨੇ, ਧਰਮ, ਅਰਥ, ਕਾਮ, ਮੋਕਸ਼। ਪਰ ਜਦੋਂ ਜੀਵਨ ਦਾ ਸਮਾਂ ਸਮਾਪਤ ਹੋਣਾ ਹੈ ਤੇ ਫਿਰ ਜਨਮ ਮਰਨ ਦੀ ਫਾਹੀ ਨਹੀਂ ਹੋਣੀ ਚਾਹੀਦੀ। ਇਹ ਤਰੀ ਨਾ ਵੀ 4 ਘੰਟੇ ਤੁਸੀਂ ਖੇਡ ਲਓ ਜਿਵੇਂ ਬੱਚਿਆਂ ਦਾ ਹੁੰਦਾ ਕਿ ਉਹ 4-5 ਘੰਟੇ ਖੇਡਦਾ, ਜਦੋਂ ਘਰ ਜਾਂਦਾ ਹੈ ਤੇ ਮਾਂ ਕੁੱਟ ਸੁੱਟਦੀ ਹੈ ਵੀ ਤੂੰ ਸਵੇਰ ਦਾ ਗਿਆ ਆਇਆ ਕਿੱਥੋਂ ਹੈ। ਤੇ ਬੱਚਾ ਜਿੰਨਾ ਘਸਿਆ ਖੇਡਿਆ ਹੁੰਦਾ ਹੈ, ਜਿੰਨਾ ਕੋ ਖੁਸ਼ ਹੋਇਆ ਹੁੰਦਾ ਹੈ, ਉਹਨਾਂ ਕੀ ਸ਼ਾਮ ਨੂੰ ਬਰਾਬਰ ਹੋ ਜਾਂਦਾ ਹੈ। ਉੱਥੇ ਜਦੋਂ ਰੱਬ ਦੇ ਘਰ ਜਾਣਾ ਹੈ ਤੇ ਉੱਥੇ ਇਹ ਨਹੀਂ ਹੋਣਾ ਚਾਹੀਦਾ। ਕੋਈ ਰੇਰੇ ਵੀ ਨਾ ਕਵੇ, ਕੋਈ ਸਜ਼ਾ ਵੀ ਨਾ ਦੇਵੇ, ਕੋਈ ਉੱਥੇ ਫਟਕਾਰਿਆ ਵੀ ਨਾ ਜਾਵੇ, ਜੰਮਣ ਮਰਨ ਦੀ ਫਾਂਸੀ ਕੱਟ ਜਾਏ। ਉੱਥੇ ਨਾ ਹੋਵੇ ਕਿ ਲੇਖੇ ਦੇਣੇ ਪੈਣ ਸਾਨੂੰ ਜਾ ਕੇ, ਉੱਥੇ ਦੋਸ਼ੀ ਬਣਾ ਕੇ ਖੜਾ ਕਰ ਦਿੱਤਾ ਜਾਏ। ਹਾਂਜੀ। ਤੁਮਰੇ ਸਰਸ ਨ ਅਪਰ ਉਦਾਰਾ ਜੋ ਜਾਂਚੈ ਸੋ ਦੇਹੁ ਦਤਾਰਾ। ਦੋਵੇਂ ਕਹਿਣ ਲੱਗੇ ਮਹਾਰਾਜ ਤੁਹਾਡੇ ਬਰਾਬਰ, ਤੁਹਾਡੇ ਸਰਸ, ਤੁਹਾਡੇ ਸਮਾਨ ਕੋਈ ਹੋਰ ਦੂਸਰਾ ਨਹੀਂ ਹੈਗਾ, ਕੋਈ ਵੀ ਨਹੀਂ ਹੈਗਾ। ਤੁਹਾਡੇ ਬਰਾਬਰ ਤਾਂ ਕੋਈ ਵੀ ਨਹੀਂ ਹੈਗਾ। ਜੋ ਜਾਚੈ ਸੋ ਦੇਹੁ ਦਤਾਰਾ, ਜੋ ਮੰਗੀਏ ਉਹ ਤੁਸੀਂ ਸਾਨੂੰ ਦਾਤਾ ਦਿਓ। ਤੁਹਾਡੇ ਬਰਾਬਰ ਕੋਈ ਦੇ ਨਹੀਂ ਸਕਦਾ। ਐਡਾ ਵੱਡਾ ਦਾਤਾ ਕੋਈ ਨਹੀਂ ਹੈਗਾ ਕਿ ਜੋ ਮੰਗੋਗੇ ਮਿਲ ਜਾਏਗਾ। ਹਰ ਬੰਦੇ ਦੀ ਇੱਕ ਸੀਮਾ ਹੈ, ਹਰ ਵਿਅਕਤੀ ਦੀ ਇੱਕ ਮਜਬੂਰੀ ਹੈ। ਉੱਥੋਂ ਤੱਕ ਹੀ ਤੁਸੀਂ ਮੰਗੋ ਤੇ ਉਹ ਦੇ ਸਕਦਾ। ਕਹੂਗਾ ਮੇਰੀ ਹੈਸੀਅਤ ਹੀ ਇੰਨੀ ਹੈ। ਜਾਂ ਇਉਂ ਵੀ ਕਹਿ ਲਈਏ ਜੋ ਉਹਦੇ ਕੋਲ ਹੋਏਗਾ ਉਹੀ ਦੇਵੇਗਾ। ਜੇ ਸਾਹਿਬ ਕੈ ਘਰ ਵਥ ਹੋਵੇ ਸੋ ਨਫਰੇ ਹੱਥ ਆਵੇ। ਅਣਹੋਂਦੀ ਕਿੱਥੋਂ ਪਾਏ? ਜਿਹੜੀ ਤੁਹਾਡੇ ਮਾਲਕ ਦੇ ਘਰ ਵਸਤੂ ਹੈ ਤੁਸੀਂ ਮੰਗੋ ਉਹ ਤਾਂ ਮਿਲ ਜਾਏਗੀ। ਹੁਣ ਤੁਸੀਂ ਕਹੋ ਜੀ ਮੈਨੂੰ ਸਕੂਟਰ ਚਾਹੀਦਾ ਤੇ ਉਹ ਚਾਬੀ ਦੇ ਦੇਗਾ ਤੁਹਾਨੂੰ। ਤੁਸੀਂ ਕਹੋ ਨਹੀਂ ਜੀ ਮੈਨੂੰ ਤਾਂ ਨਵਾਂ ਚਾਹੀਦਾ। ਉਹ ਕਹੋਗੇ ਵੀ ਕਾਕਾ ਤੈਨੂੰ ਮੁੱਲ ਖਰੀਦ ਕੇ ਤਾਂ ਦੇੜੋ ਰਿਹਾ ਮੈਂ।
ਜਿਹੜੀ ਚੀਜ਼ ਮੇਰੇ ਕੋਲ ਹੈਗੀ ਉਹ ਤੇ ਤੂੰ ਲੈ ਜਾ। ਹੁਣ ਤੂੰ ਕਵੇਂ ਮੈਂ ਗੁਆਂਢੀਆਂ ਤੋਂ ਮੰਗ ਕੇ ਦਿਆਂ, ਮੈਂ ਤੁਹਾਨੂੰ ਮੁੱਲ ਖਰੀਦ ਕੇ ਦਿਆਂ, ਨਹੀਂ, ਇਹ ਨਹੀਂ ਹੋ ਸਕਦਾ। ਇਸ ਕਰਕੇ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਗੱਲਾਂ ਸਮਝਾਈਆਂ ਹੋਈਆਂ ਨੇ। ਇਹ ਦੋਵੇਂ ਸਿੱਖ ਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕਰਦੇ ਨੇ, ਕਹਿਣ ਲੱਗੇ ਮਹਾਰਾਜ ਤੁਹਾਡੇ ਵਰਗਾ ਦਾਤਾ ਕੋਈ ਨਹੀਂ ਹੈ, ਤੁਹਾਡੇ ਸਮਾਨ ਕੋਈ ਦਾਤਾ ਨਹੀਂ ਕਿ ਜੋ ਮੰਗੀਏ ਤੇ ਉਹ ਸਾਨੂੰ ਦੇ ਦੇਵੇ। ਹਾਂਜੀ। ਆਸਾ ਧਰ ਅਰਦਾਸ ਬਖਾਨੀ, ਪੂਰਨ ਕੀਜੈ ਸ਼੍ਰੀ ਗੁਣ ਖਾਨੀ। ਕਹਿਣ ਲੱਗੇ ਜੀ ਬੜੀ ਆਸ ਨਾਲ ਆਏ ਆ, ਬੜੇ ਸਿਦਕ ਨਾਲ ਆਏ ਆ, ਬੜੇ ਭਰੋਸੇ ਨਾਲ ਆਏ ਆ, ਤੁਸੀਂ ਸਾਡੇ ਤੇ ਕਿਰਪਾ ਕਰੋ। ਸੱਚੇ ਪਾਤਸ਼ਾਹ ਪੂਰਨ ਕੀਜੈ ਸ਼੍ਰੀ ਗੁਣ ਖਾਨੀ, ਹੇ ਗੁਣਾਂ ਦੀ ਖਾਨ ਸਤਿਗੁਰੂ, ਸਾਡੀਆਂ ਕਾਮਨਾ ਪੂਰੀਆਂ ਕਰ ਦਿਓ, ਸਾਡੀਆਂ ਇੱਛਾ ਪੂਰੀਆਂ ਕਰ ਦਿਓ। ਚਾਹੁੰਦੇ ਅਸੀਂ ਵੀ ਹਾਂ। ਤੇ ਸਤਿਗੁਰੂ ਦੀ ਬਾਣੀ ਵੀ ਕਹਿੰਦੀ ਹੈ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕੇ ਵਸ ਹੈ ਕਾਮ ਧੇਨਾ। ਹਾਂਜੀ। ਸੁਣ ਕੈ ਸ਼੍ਰੀ ਗੁਰ ਗਿਰਾ ਅਲਾਈ, ਲੋਚਨ ਪੂਰਨ ਕਰਨਾ ਛਾਈ। ਗੁਰੂ ਨਾਨਕ ਦੇ ਪਿਤਾ ਮਹਾਰਾਜ ਤੁਰੁੱਠੇ ਨੇ, ਕਿਰਪਾ ਦ੍ਰਿਸ਼ਟੀ ਨਾਲ ਤੱਕਿਆ। ਦਾਸ ਹਮੇਸ਼ਾ ਬੇਨਤੀ ਕਰਦਾ ਹੈ, ਬੰਦਿਆ ਤੇਰੇ ਮੰਗਣ ਵਿੱਚ ਫਰਕ ਹੈ, ਗੁਰੂ ਦੇ ਦੇਣ ਦੇ ਵਿੱਚ ਫਰਕ ਹੈ। ਤੂੰ ਬੱਚਿਆਂ ਵਾਂਗੂ ਮੰਗਦਾ ਹੈ, ਉਹ ਛੱਪਰ ਪਾੜ ਕੇ ਦਿੰਦਾ ਹੈ। ਸਾਡੇ ਮੰਗਣ ਵਿੱਚ ਫਰਕ ਹੈ। ਅਸੀਂ ਬੱਚਿਆਂ ਵਾਂਗੂ ਮੰਗਦੇ ਹਾਂ, ਤੇ ਬੱਚਿਆਂ ਦੀ ਤੁਸੀਂ ਇੱਕ ਗੱਲ ਵੇਖੀ ਹੈ ਜਾਂ ਇੱਕ ਗੱਲ ਹੀ ਸਮਝੀ ਹੈ ਕਿ ਬੱਚੇ ਨੇ ਆਪਣੇ ਮਾਪਿਓ ਦੀ ਹੈਸੀਅਤ ਵੀ ਨਹੀਂ ਵੇਖਣੀ ਹੁੰਦੀ ਤੇ ਮੰਗੀ ਜਾਣਾ ਹੁੰਦਾ ਹੈ। ਮੈਂ ਆਪ ਜੀ ਨਾਲ ਉਹ ਗੱਲ ਬਹੁਤ ਵਾਰੀ ਸਾਂਝੀ ਕੀਤੀ ਹੈ ਕਿ ਬੱਚਾ ਗਵਾਂਢੀਆਂ ਦੇ ਘਰ ਟੀਵੀ ਵੇਖਣ ਜਾਂਦਾ ਹੈ, ਤੇ ਇੱਕ ਦਿਨ ਘਰ ਵਾਲੀ ਨੇ ਕਿਹਾ ਜੀ ਕਾਕਾ ਰੋਜ਼ ਹੀ ਸ਼ਾਮ ਨੂੰ ਨਿਕਲ ਜਾਂਦਾ ਹੈ ਤੇ ਤੁਸੀਂ ਆਉਨੇ ਹੋ ਤੇ ਘਰ ਵੜਦਾ ਹੈ। ਹੁਣ ਉਹਨਾਂ ਨੇ ਸਾਈਕਲ ਖੜਾ ਕੀਤਾ, ਸਾਈਕਲ ਦਾ ਹੀ ਯੁੱਗ ਸੀ ਉਦੋਂ। ਗੁਆਂਢੀਆਂ ਦੇ ਘਰ ਗਏ, ਬੱਚੇ ਨੂੰ ਆਵਾਜ਼ ਮਾਰੀ, ਬੱਚਾ ਆ ਗਿਆ। ਹੁਣ ਬੱਚੇ ਨੇ ਰਸਤੇ 'ਚ ਆਉਂਦਿਆਂ ਕਿਹਾ ਵੀ ਪਾਪਾ ਆਪਾਂ ਗਰੀਬ ਆ ਨਾ। ਹੁਣ ਇੱਕ ਫਾਦਰ ਨੂੰ ਉਹਦਾ ਪੁੱਤ ਕਵੇ ਤੂੰ ਗਰੀਬ ਹੈ, ਬੜੀ ਗੱਲ ਪੀੜਾ ਵਾਲੀ ਸੀ। ਕਹਿੰਦਾ, ਉਹਨੇ ਪੁੱਛਿਆ ਵੀ ਕਿਉਂ ਪੁੱਤ, ਤੈਨੂੰ ਇੰਦਾ ਕਿਉਂ ਲੱਗਿਆ? ਉਹ ਕਹਿੰਦਾ ਆਪਾਂ ਟੀਵੀ ਨਹੀਂ ਲੈ ਸਕਦੇ ਨਾ। ਇਹ ਗੱਲ ਮੈਂ ਤੁਹਾਨੂੰ ਸੁਣਾ ਰਿਹਾ ਕੋਈ 87, 88, 89 ਦੀ, 90 ਤੋਂ ਪਹਿਲਾਂ ਦੀ ਗੱਲ ਹੈ। ਉਦੋਂ ਬਲੈਕ ਐਂਡ ਵਾਈਟ ਹੀ ਟੀਵੀ ਹੁੰਦੇ ਸੀ। ਟੈਕਸਲਾ ਦਾ ਜਿਹੜਾ ਛੋਟਾ ਜਿਹਾ ਟੀਵੀ ਹੈ ਉਹ ਆਉਂਦਾ ਸੀ ਉਦੋਂ 2300, 2400, 2500 ਦਾ। ਕਿਸ਼ਤਾਂ ਕਰੀਏ ਤੇ 100 ਰੁਪਈਆ ਮਹੀਨਾ ਤੇ 3000 ਦਾ ਦੁਕਾਨਦਾਰ ਦੇ ਦਿੰਦੇ ਸੀ ਆਮ ਕਰਕੇ, ਵਿੱਚੋਂ ਵਿਆਜ ਵੂਜ ਪਾ ਲੈਂਦੇ ਸੀ ਉਹ। ਤੁਸੀਂ ਯਕੀਨ ਕਰਨਾ ਕਿ ਉਹ ਪਿਤਾ ਜਿਹੜਾ ਸਵੇਰ ਦਾ ਕੰਮ ਤੇ ਗਿਆ, ਉਹਨੇ ਸਾਈਕਲ ਖੜਾ ਕੀਤਾ ਤੇ ਬੱਚੇ ਨੂੰ ਲੈਣ ਚਲਾ ਗਿਆ। ਆਉਂਦਿਆਂ ਰਸਤੇ ਵਿੱਚ ਬੱਚੇ ਨੇ ਕਹਿ ਦਿੱਤਾ ਵੀ ਪਾਪਾ ਆਪਾਂ ਗਰੀਬ ਆ, ਆਪਾਂ ਟੀਵੀ ਨਹੀਂ ਲੈ ਸਕਦੇ ਨਾ। ਹੁਣ ਉਸ ਬਾਪ ਨੇ ਪਾਣੀ ਨਹੀਂ ਪੀਤਾ। ਉਸੇ ਵੇਲੇ ਉਹ ਸ਼ਹਿਰ ਬਾਜ਼ਾਰ ਵਿੱਚ ਚਲਾ ਗਿਆ। ਹੈ ਤੇ ਉਹ ਵੀ ਸ਼ਹਿਰ ਵਿੱਚ ਸੀ ਪਰ ਕਲੋਨੀ ਬਾਹਰ ਸੀ। ਹੁਣ ਥੱਲੇ ਦੁਕਾਨ ਉੱਤੇ ਮਕਾਨ, ਜਿਹੜੇ ਪੁਰਾਣੇ ਸ਼ਹਿਰ ਨੇ ਤੁਸੀਂ ਉੱਥੇ ਵੇਖੋਗੇ। ਹੁਣ ਤੇ ਸਿਸਟਮ ਆ ਗਿਆ ਨਾ ਵੀ ਇਹ ਕਮਰਸ਼ੀਅਲ ਹੈ, ਇਹ ਰੈਜ਼ੀਡੈਂਸ਼ੀਅਲ ਹੈ। ਪਹਿਲਾਂ ਇੱਦਾਂ ਲੀਗਲੀ ਨਹੀਂ ਸੀ ਹੁੰਦਾ, ਹੋਏਗਾ ਵੀ ਪੇਪਰਾਂ 'ਚ ਹੋਏਗਾ, ਲਾਗੂ ਨਹੀਂ ਸੀਗਾ। ਹੁਣ ਥੱਲੇ ਦੁਕਾਨ ਉੱਤੇ ਮਕਾਨ। ਹੁਣ ਜਾ ਕੇ ਇਹਨਾਂ ਨੇ ਆਵਾਜ਼ ਮਾਰੀ। ਹੁਣ ਉਹ ਸਮਾਂ ਵੀ ਪੰਜਾਬ ਦੇ ਵਿੱਚ ਬੜਾ ਮਾੜਾ ਸੀ। ਉਹਨਾਂ ਨੇ ਪੁੱਛਿਆ ਵੀ ਕੌਣ ਹੈ? ਫਿਰ ਉਹਨਾਂ ਨੇ ਦੱਸਿਆ ਵੀ ਮੈਂ ਅਮਕਾ ਆਦਮੀ ਆ ਬਈ। ਉਹਨਾਂ ਕਿਹਾ ਜੀ ਤੁਸੀਂ ਇਸ ਵੇਲੇ? ਉਹ ਕਹਿੰਦੇ ਭਾਈ ਆਹ ਪ੍ਰੋਬਲਮ ਹੈ, ਬੱਚਾ ਨੇ ਮੈਨੂੰ ਇਹ ਗੱਲ ਕਹੀ ਹੈ ਤੇ ਮੈਨੂੰ ਇਹ ਗੱਲ ਬੜੀ ਪੀੜਾ ਲੱਗੀ ਹੈ, ਤੇ ਟੀਵੀ ਦਿਓ। ਉਹ ਟੀਵੀ ਦਿੰਦੇ ਹੁੰਦੇ ਸੀ ਕਿਸ਼ਤਾਂ ਤੇ। ਕਹਿੰਦੇ ਰਾਤੀ ਬੱਚੇ ਨੂੰ ਟੀਵੀ ਲਾ ਕੇ ਦਿੱਤਾ ਤੇ ਫਿਰ ਰੋਟੀ ਖਾਧੀ।
ਹੁਣ ਅਸੀਂ ਬੱਚੇ ਆ, ਬੱਚਿਆਂ ਵਾਂਗੂ ਅਸੀਂ ਮੰਗਦੇ ਆ। ਹੁਣ ਇਹ ਚੀਜ਼ ਤੇ ਸਾਨੂੰ ਆ ਗਈ ਮੰਗਣੀ ਕਿ ਇਹ ਪਤਾ ਹੀ ਨਹੀਂ ਪਿਤਾ ਦੀ ਹੈਸੀਅਤ ਹੈ ਕਿ ਨਹੀਂ ਹੈ, ਆ ਵੀ ਦੇ ਦਿਓ ਜੀ, ਆ ਵੀ ਦੇ ਦਿਓ। ਜਦੋਂ ਗੁਰਦੁਆਰੇ ਆਉਨੇ ਮੰਗਤਿਆਂ ਵਾਂਗੂ ਤੁਰੇ ਆਉਨੇ ਆਪਾਂ, ਆ ਵੀ ਮੰਗ ਲਓ, ਉਹ ਵੀ ਮੰਗ ਲਓ, ਇਹ ਵੀ ਮੰਗ ਲਓ, ਉਹ ਵੀ ਮੰਗ ਲਓ। ਮੰਗ ਲਓ ਬਈ, ਤੁਸੀਂ ਬੱਚਿਆਂ ਵਾਂਗੂ ਮੰਗਣਾ ਹੈ। ਫਿਰ ਤੁਹਾਡੀ ਇੱਕ ਜਿਹੜੀ ਅਗਲੀ ਗਲਤ ਗੱਲ ਉਹ ਕੀ ਹੈ, ਅਸੀਂ ਬੱਚਿਆਂ ਵਾਂਗੂ ਮੰਗਦੇ ਹੀ ਨਹੀਂ ਆ, ਅਸੀਂ ਉਸ ਤਰੀਕੇ ਨਾਲ ਉਹਨੂੰ ਪ੍ਰਾਪਤ ਵੀ ਕਰਨਾ ਚਾਹੁੰਦੇ ਆ। ਇੱਕ ਹੁੰਦਾ ਸਿਰਫ ਇਹ ਕਹਿਣਾ ਵੀ ਚਲੋ ਜੀ ਮੈਨੂੰ ਸਾਈਕਲ ਦੇ ਦਿਓ, ਇੱਕ ਹੁੰਦਾ ਵੀ ਮੈਨੂੰ ਸਾਈਕਲ ਜਿਹੜਾ ਉਹ ਇਸ ਤਰ੍ਹਾਂ ਦਾ ਦੇ ਦਿਓ ਜੀ, ਉਹਨੂੰ ਉਹਦੀਆਂ ਅੱਗੇ ਹੋਰ ਕੰਡੀਸ਼ਨਾਂ, ਹੋਰ ਸ਼ਰਤਾਂ ਰੱਖ ਦੇਣੀਆਂ। ਰੱਬ ਦਾ ਤਰੀਕਾ ਕੁਝ ਹੋਰ ਹੈ। ਅਸੀਂ ਮੰਗ ਕੇ ਲੈਂਦੇ ਆ, ਉਹ ਛੱਪਰ ਪਾੜ ਕੇ ਦਿੰਦਾ ਹੈ। ਉਹਦਾ ਸੁਭਾਅ ਹੈ, ਉਹਦੇ ਘਰ ਵਿੱਚ ਕਿਸੇ ਗੱਲ ਦਾ ਘਾਟਾ ਨਹੀਂ ਹੈ। ਪੂਰਨ ਕੀਜੈ ਸ਼੍ਰੀ ਗੁਣ ਖਾਨੀ। ਗੁਰੂ ਕੋਲ ਆ ਕੇ ਮੰਗਿਆ, ਅਰਦਾਸ ਕੀਤੀ। ਹੁਣ ਗੁਰੂ ਨੇ ਕੀ ਕੀਤਾ? ਗੁਰੂ ਨੇ ਕਿਰਪਾ ਕਰ ਦਿੱਤੀ। ਸੁਣ ਕੇ ਸ਼੍ਰੀ ਗੁਰ ਗਿਰਾ ਅਲਾਈ, ਲੋਚਨ ਕੋਰਨ ਕਰੁਣਾ ਸ਼ਾਈ। ਜਿੱਥੇ ਆਪਣੇ ਮੁਖ ਤੋਂ ਬਚਨ ਆਖੇ, ਉੱਥੇ ਕਿਰਪਾ ਦ੍ਰਿਸ਼ਟੀ ਨਾਲ ਤੱਕਿਆ। ਤੁਸੀਂ ਵੇਖਿਆ ਹੋਣਾ ਹੈ, ਮੈਂ ਤਾਂ ਰੋਜ਼ ਹੀ ਬੇਨਤੀ ਕਰਦਾ, ਕਈ ਆ ਕੇ ਨਾ ਉਦਾਂ ਹੀ ਝੱਗਾ ਚੁੱਕ ਲੈਣਗੇ, ਭਾਵੇਂ ਥੱਲੇ ਢਿੱਡ 40 ਕਿਲੋ ਦਾ ਬਾਹਰ ਨਿਕਲ ਜੇ। ਉਹਨਾਂ ਨੂੰ ਇੱਦਾਂ ਲੱਗਦਾ ਵੀ ਉੱਤੋਂ ਚੀਜ਼ ਡਿੱਗਣੀ ਹੈ, ਵੀ ਕਿਤੇ ਆਸੇ ਪਾਸੇ ਨਾ ਡਿੱਗ ਪਵੇ। ਹੋਰ ਤਾਂ ਝੱਗਾ ਚੁੱਕਣ ਦਾ ਕੋਈ ਮਤਲਬ ਹੈ ਨਹੀਂ ਗਾ, ਵੀ ਅੱਗੋਂ ਕਮੀਜ਼ ਚੁੱਕ ਲੈਣਾ ਢਿੱਡ ਤੋਂ। ਗੁਰੂ ਨਦਰੀ ਨਦਰ ਨਿਹਾਲ ਕਰਦਾ ਹੈ, ਇਹ ਵੀ ਗੱਲ ਯਾਦ ਰੱਖਣਾ। ਗੁਰੂ ਨੂੰ ਬੁੱਕ ਭਰ ਕੇ ਦੇਣ ਦੀ ਲੋੜ ਨਹੀਂ। ਉਹ ਬੰਦਾ ਨਹੀਂ ਹੈ ਕਿ ਬੁੱਕ ਭਰ ਕੇ ਆਟਾ ਦਵੇਗਾ ਤੇ ਤੁਹਾਡੀ ਝੋਲੀ 'ਚ ਪਵੇਗਾ। ਗੁਰੂ ਨੇ ਤਾਂ ਜਿਹਦੇ ਵੱਲ ਕਿਰਪਾ ਕਰ ਦਿੱਤੀ ਹੈ, ਕਿਰਪਾ ਕਠਾਕ ਅਵਲੋਕਨ ਕੀਨੋ, ਦਾਸ ਕਾ ਦੁਖ ਵਿਦਾਰਿਓ। ਉਹ ਤਾਂ ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਉਹ ਤਾਂ ਜਿੱਧਰ ਉਹਦੀ ਮਿਹਰ ਹੋ ਗਈ ਉਧਰ ਖਜ਼ਾਨੇ ਭਰ ਜਾਣੇ ਨੇ। ਗੁਰੂ ਨੇ ਕਿਰਪਾ ਦ੍ਰਿਸ਼ਟੀ ਨਾਲ ਤੱਕਿਆ ਕਿ ਆਪਾਂ ਮੰਨਦੇ ਆ ਕਿ ਮਿਹਰ ਅੱਖਾਂ ਤੋਂ ਹੁੰਦੀ, ਕਦੇ ਮੂੰਹ ਤੋਂ ਮਿਹਰ ਨਹੀਂ ਹੁੰਦੀ। ਮੂੰਹ ਤੋਂ ਸ਼ਬਦ ਹੁੰਦੇ ਨੇ। ਕਦੇ ਕਿਸੇ ਨੇ ਕਿਹਾ ਮਹਾਰਾਜ ਕੰਨਾਂ ਤੋਂ ਮਿਹਰ ਕਰੋ ਨਾ। ਗੁਰਬਾਣੀ 'ਚ ਵੀ ਲਿਖਿਆ, ਦੇ ਕੰਨ ਸੁਣੋ ਅਰਦਾਸ ਜੀਓ। ਕੰਨ ਸੁਣਨ ਵਾਸਤੇ ਨੇ, ਅੱਖਾਂ ਵੇਖਣ ਵਾਸਤੇ ਵੀ ਨੇ ਔਰ ਨਵਾਜਣ ਵਾਸਤੇ ਵੀ ਨੇ। ਹੁਣ ਕੋਈ ਆਦਮੀ ਹੈ, ਤੁਸੀਂ ਜਾਓ, ਉਹ ਤੁਹਾਡੇ ਵੱਲ ਮੂੰਹ ਕਰੇ ਹੀ ਨਾ, ਤੁਹਾਡੇ ਵੱਲ ਵੇਖੇ ਹੀ ਨਾ, ਤੁਹਾਡੀਆਂ ਗੱਲਾਂ ਦਾ ਜਵਾਬ ਦੇਵੇ, ਤੁਹਾਨੂੰ ਕੀ ਲੱਗੇਗਾ? ਤੁਸੀਂ ਕਹੋਗੇ ਨਹੀਂ, ਉਹ ਤਾਂ ਉਹਨੇ ਮੈਨੂੰ ਲਾਈਕ ਹੀ ਨਹੀਂ ਕੀਤਾ, ਉਹਨੇ ਮੇਰੇ ਵੱਲ ਮੂੰਹ ਕਰਕੇ ਵੇਖਿਆ ਤੱਕ ਨਹੀਂ ਹੈ। ਤੁਸੀਂ ਗਏ ਹੋ, ਤੁਹਾਨੂੰ ਚੀਜ਼ ਮਿਲ ਗਈ, ਜੋ ਤੁਸੀਂ ਚਾਹੁੰਦੇ ਸੀ ਮਿਲ ਗਿਆ, ਪਰ ਤੁਹਾਨੂੰ ਉਹ ਪ੍ਰਸੰਨਤਾ ਨਹੀਂ ਹੋਈ ਜਿਹੜੀ ਹੋਣੀ ਚਾਹੀਦੀ ਸੀ। ਗੁਰੂ ਨੇ ਕਿਰਪਾ ਦ੍ਰਿਸ਼ਟੀ ਕੀਤੀ, ਆਪਣੇ ਮੁਖ ਤੋਂ ਇਹ ਬਚਨ ਉਚਾਰੇ ਨੇ। ਹਾਂਜੀ, ਸਿਮਰੋ ਵਾਹਿਗੁਰੂ ਲਿਵ ਲਾਈ, ਦੇ ਪਦਾਰਥ ਸੋ ਤੁਮ ਤਾਈ। ਸਤਿਗੁਰੂ ਕਹਿਣ ਲੱਗੇ, ਭਾਈ ਵਾਹਿਗੁਰੂ ਨੂੰ ਸਿਮਰੋ ਤੇ ਲਿਵ ਲਾਓ। ਹੁਣ ਇਹ ਦੋ ਚੀਜ਼ਾਂ ਨੇ। ਕਿ ਮੂੰਹ ਤੋਂ ਵਾਹਿਗੁਰੂ ਕਹਿਣਾ ਹੀ ਬਹੁਤ ਵੱਡੀ ਗੱਲ ਹੈ? ਨਹੀਂ। ਜਦੋਂ ਮੂੰਹ ਤੋਂ ਵਾਹਿਗੁਰੂ ਕਹਿਣਾ ਹੈ ਤੇ ਉਦੋਂ ਤੁਹਾਡੀ ਲਿਵ ਵੀ ਪ੍ਰਮਾਤਮਾ ਨਾਲ ਜੁੜਨੀ ਚਾਹੀਦੀ। ਸੁਰਤ ਇੱਕਦਮ ਤੁਹਾਡਾ ਧਿਆਨ ਉੱਥੇ ਜਾਣਾ ਚਾਹੀਦਾ ਹੈ। ਹੁਣ ਤੁਸੀਂ ਕਹੋਗੇ ਜੀ ਇਹ ਕਿਵੇਂ? ਕਦੇ ਘਰ ਬਟਨ ਔਨ ਕੀਤਾ ਹੈ? ਜਦੋਂ ਬਟਨ ਔਨ ਕਰੋਗੇ ਤੁਸੀਂ ਮੈਨੂੰ ਦੱਸੋ ਵੀ ਟਿਊਬ ਜਗੇਗੀ ਕਿ ਨਹੀਂ ਜਗੇਗੀ? ਪੱਖਾ ਚੱਲੇਗਾ ਕਿ ਨਹੀਂ ਚੱਲੇਗਾ? ਏਸੀ ਚੱਲੇਗਾ ਕਿ ਨਹੀਂ ਚੱਲੇਗਾ? ਲਾਈਟ ਆਏਗੀ ਕਿ ਨਹੀਂ ਆਏਗੀ? ਆਏਗੀ। ਤੇ ਫਿਰ ਇਹ ਕੀ ਹੋਇਆ ਵੀ ਜਦੋਂ ਵੀ ਆਪਾਂ ਬਟਨ ਦਬਾਉਨੇ ਉਦੋਂ ਪਹਿਲਾਂ ਬਲਬ ਵੱਲ ਜ਼ਰੂਰ ਵੇਖਦੇ ਆ। ਤੁਸੀਂ ਕੀ ਸੋਚਦੇ ਵੀ ਬਿਜਲੀ ਪਿਛਾਂਹ ਮੁੜ ਜੇਗੀ? ਅੱਜ ਤੋਂ ਧਿਆਨ ਕਰਿਓ, ਜਦੋਂ ਬਟਨ ਦਬਾਓਗੇ ਤੁਸੀਂ ਟਿਊਬ ਵੱਲ ਜ਼ਰੂਰ ਵੇਖੋਗੇ ਜਗੀ ਕਿ ਨਹੀਂ ਜਗੀ, ਬਲਬ ਜਗਿਆ ਕਿ ਨਹੀਂ ਜਗਿਆ। ਤੁਸੀਂ ਪੱਖੇ ਦਾ ਬਟਨ ਦੱਬਿਆ, ਥੱਲੇ ਧਿਆਨ ਰੱਖੋ, ਆਪੇ ਜਦੋਂ ਹਵਾ ਆਈ ਸਮਝ ਆ ਹੀ ਜਾਣੀ ਹੈ। ਨਾ,
ਬਟਨ ਦਬਾਉਂਦੇ ਪੱਖੇ ਵੱਲ ਵੇਖੋਗੇ ਵੀ ਘੁੰਮਣਾ ਸ਼ੁਰੂ ਹੋਇਆ ਕਿ ਨਹੀਂ ਹੋਇਆ। ਜਦੋਂ ਵਾਹਿਗੁਰੂ ਕਹਿਣਾ ਹੈ ਉਦੋਂ ਤੁਹਾਡੀ ਲਿਵ ਵੀ ਲੱਗਣੀ ਚਾਹੀਦੀ ਹੈ, ਤੁਹਾਡਾ ਧਿਆਨ ਉਸ ਪਾਸੇ ਜਾਣਾ ਚਾਹੀਦਾ ਹੈ, ਤੁਹਾਡੀ ਸੁਰਤ ਉਸ ਪਾਸੇ ਜਾਣੀ ਚਾਹੀਦੀ ਹੈ। ਇਹ ਨਹੀਂ ਕਿ ਇਕੱਲਾ ਇਹ ਮੂੰਹ ਦੀ ਇੱਕ ਐਕਸਰਸਾਈਜ਼ ਹੈਗੀ ਹੈ, ਕੋਈ ਜਿਮਨਾਸਟਿਕ ਥੋੜ੍ਹਾ ਮੂੰਹ ਤੋਂ ਜਿਹੜੀ ਤੁਸੀਂ ਘੜੀ ਬੋਲੀ ਜਾਓਗੇ ਤੁਸੀਂ, ਨਹੀਂ, ਇਹ ਕੋਈ ਐਕਸਰਸਾਈਜ਼ ਨਹੀਂ ਹੈ ਮੂੰਹ ਦੀ। ਜਦੋਂ ਤੁਸੀਂ ਵਾਹਿਗੁਰੂ ਕਹਿਣਾ ਹੈ ਉਦੋਂ ਤੁਹਾਡਾ ਧਿਆਨ ਪ੍ਰਮਾਤਮਾ ਵਿੱਚ ਜਾਣਾ ਚਾਹੀਦਾ, ਕਿਉਂਕਿ ਪ੍ਰਮਾਤਮਾ ਇੱਕ ਨੂਰ ਹੈ, ਪ੍ਰਮਾਤਮਾ ਇੱਕ ਸ਼ਕਤੀ ਹੈ। ਹੁਣ ਸਾਨੂੰ ਤਾਂ ਇਹ ਨਹੀਂ ਪਤਾ, ਮੈਂ ਤਾਂ ਰੋਜ਼ ਬੇਨਤੀ ਕਰਦਾ ਵੀ ਅਸੀਂ ਗੁਰੂ ਨੂੰ ਵੀ ਪੂਜੀ ਜਾਂਦੇ ਹਾਂ ਤੇ ਗੁੱਗੇ ਨੂੰ ਵੀ ਪੂਜੀ ਜਾਂਦੇ ਹਾਂ। ਹੁਣ ਫਰਕ ਸਾਨੂੰ ਹੈ ਨਹੀਂ ਪਤਾ ਵੀ ਗੁਰੂ ਤੇ ਗੁੱਗੇ 'ਚ ਕੀ ਫਰਕ ਹੈ। ਜੇ ਫਰਕ ਹੁੰਦਾ ਤੇ ਗੁਰੂ ਦੀ ਪੂਜਾ ਕਰਨੀ ਸੀ, ਗੁੱਗੇ ਦੀ ਕਦੇ ਨਹੀਂ ਸੀ ਕਰਨੀ। ਨਾ ਦੁੱਧ ਲੈ ਕੇ ਜਾਣਾ ਸੀ, ਨਾ ਸੇਵੀਆਂ ਲੈ ਕੇ ਜਾਣੀਆਂ ਸੀ। ਗੁੱਗੇ ਮਾੜੀ ਦੀ ਕਬਰ ਤੇ ਕੀ ਕਰਨਾ ਸੀ ਜਾ ਕੇ ਅਸੀਂ, ਪਰ ਅਸੀਂ ਜਾਂਦੇ ਹਾਂ। ਤੇ ਦੋਵਾਂ ਵਿੱਚ ਫਰਕ ਬਹੁਤ ਹੈਗਾ। ਗੁਰੂ ਕੋਲ ਜਾਂਦੇ ਆ ਤੇ ਕਹਿੰਦੇ ਮਹਾਰਾਜ ਦਰਸ਼ਨ ਦਿਓ, ਗੁੱਗੇ ਮਾੜੀ ਤੇ ਜਾਂਦੇ ਕਹਿੰਦੇ ਮਹਾਰਾਜ ਦਰਸ਼ਨ ਨਾ ਦਿਆ ਜੀ, ਕਿਉਂਕਿ ਜੇ ਸੱਪ ਨਿਕਲ ਆਵੇ ਤੁਹਾਨੂੰ ਪਤਾ ਹੀ ਹੈ ਫਿਰ ਸਾਡੇ ਮੂੰਹ ਤੋਂ ਹੱਪ ਹੀ ਨਿਕਲਦਾ ਹੈ। ਹੁਣ ਸੱਪ ਦੀ ਪੂਜਾ ਤੇ ਗੁਰੂ ਦੀ ਪੂਜਾ, ਗੁੱਗੇ ਤੇ ਗੁਰੂ ਦੇ ਵਿੱਚ ਫਰਕ ਨਹੀਂ ਹੈਗਾ। ਇਸੇ ਕਰਕੇ ਜਦੋਂ ਤੁਸੀਂ ਵਾਹਿਗੁਰੂ ਕਹਿੰਦੇ ਹੋ ਤੇ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਵਾਹਿਗੁਰੂ ਕਹਿੰਦੇ ਕਿਸ ਨੂੰ। ਅੱਜ ਦੀ ਕਥਾ ਵਿੱਚ ਇਹਦੀ ਵਿਆਖਿਆ ਵੀ ਹੈ। ਸਤਿਗੁਰੂ ਜੀ ਨੇ ਇੱਕ ਸ਼ਬਦ ਦਿੱਤਾ ਉਹਨਾਂ ਨੂੰ, ਔਰ ਉਹਦੇ ਨਾਲ ਇੱਕ ਮਰਿਆਦਾ ਵੀ ਦੱਸ ਦਿੱਤੀ ਵੀ ਮੂੰਹ ਤੋਂ ਵਾਹਿਗੁਰੂ ਕਹਿਣਾ ਹੈ। ਤੇ ਜਦੋਂ ਵਾਹਿਗੁਰੂ ਕਹਿਣਾ ਹੈ ਉਦੋਂ ਹੀ ਆਪਣੀ ਸੁਰਤ ਨੂੰ, ਆਪਣੀ ਲਿਵ ਨੂੰ ਪਰਮਾਤਮਾ ਨਾਲ ਜੋੜਨਾ, ਉਸੇ ਵੇਲੇ ਧਿਆਨ ਉੱਥੇ ਜਾਣਾ ਚਾਹੀਦਾ ਤੁਹਾਡਾ। ਜਿਵੇਂ ਤੁਸੀਂ ਬਿਜਲੀ ਦਾ ਬਟਨ ਦਬਾਉਂਦੇ ਹੋ ਗੱਲ ਖਤਮ ਹੋ ਗਈ, ਪਰ ਨਹੀਂ, ਜਦੋਂ ਬਟਨ ਦਬਾਵਾਂਗੇ ਉਦੋਂ ਹੀ ਵੱਲ ਵੇਖਾਂਗੇ ਜਗਿਆ ਕਿ ਨਹੀਂ ਜਗਿਆ, ਪੱਖੇ ਵੱਲ ਵੇਖਾਂਗੇ ਚੱਲਿਆ ਕਿ ਨਹੀਂ ਚੱਲਿਆ, ਟਿਊਬ ਦੇ ਵੱਲ ਵੇਖਾਂਗੇ ਕਿ ਉਹ ਜਗੀ ਕਿ ਨਹੀਂ ਜਗੀ। ਜਦੋਂ ਮੂੰਹ ਤੋਂ ਵਾਹਿਗੁਰੂ ਕਹਿਣਾ ਹੈ ਉਦੋਂ ਧਿਆਨ ਤੁਹਾਡਾ ਪਰਮਾਤਮਾ ਵੱਲ ਹੋਣਾ ਚਾਹੀਦਾ ਹੈ। ਹਾਂਜੀ। ਕਹੈ ਸੋ ਜਾਂ ਕਉ ਅਰਥ ਬਤਾਵੋ, ਦੇ ਉਪਦੇਸ਼ ਭਲੇ ਸਮਝਾਵੋ। ਦੋਵਾਂ ਨੇ ਕਿਹਾ ਮਹਾਰਾਜ ਸਾਨੂੰ ਅਰਥ ਸਮਝਾ ਦਿਓ। ਵੇਖੋ ਜਦੋਂ ਤੁਸੀਂ ਦਵਾਈ ਲੈਂਦੇ ਹੋ ਤੁਹਾਡਾ ਰਾਈਟ ਹੈ, ਤੁਹਾਡਾ ਹੱਕ ਹੈ ਕਿ ਤੁਸੀਂ ਉਸ ਵੇਲੇ ਡਾਕਟਰ ਨੂੰ ਕਹੋ ਵੀ ਇਹਦੇ ਬਾਰੇ ਦੱਸ ਦਿਓ ਜੀ, ਕਿਹੜੀ ਗੋਲੀ ਕਦੋਂ ਖਾਣੀ ਹੈ, ਰੋਟੀ ਤੋਂ ਪਹਿਲਾਂ ਖਾਣੀ ਹੈ, ਮਗਰੋਂ ਖਾਣੀ ਹੈ, ਖਾਲੀ ਪੇਟ ਖਾਣੀ ਹੈ, ਸੌਣ ਲੱਗਿਆ ਖਾਣੀ ਹੈ। ਤੁਹਾਡਾ ਹੱਕ ਹੈ ਤੁਹਾਡਾ। ਹਰ ਚੀਜ਼ ਦਾ ਇੱਕ ਪਰਹੇਜ਼ ਹੈ, ਇੱਕ ਸੰਜਮ ਹੈ, ਉਹਦੀ ਵਰਤੋਂ ਕਰਨ ਦਾ ਇੱਕ ਢੰਗ ਤਰੀਕਾ ਹੈ, ਪੁੱਛਣਾ ਚਾਹੀਦਾ ਹੈ। ਅਸੀਂ ਕੋਈ ਨਹੀਂ ਪੁੱਛਦੇ। ਅੱਜ ਵੀ ਮਰਿਆਦਾ ਹੀ ਹੈ ਕਿ ਜਦੋਂ ਤੁਸੀਂ ਅੰਮ੍ਰਿਤ ਛਕੋਗੇ ਤੁਹਾਨੂੰ ਪੰਜ ਪਿਆਰੇ ਪੁੱਛਣਗੇ ਕਿ ਤੁਹਾਡੇ ਕੋਈ ਮਨ ਦਾ ਸਵਾਲ, ਕੋਈ ਸ਼ੰਕਾ ਤਾਂ ਨਹੀਂ। ਤੇ ਉਦੋਂ ਸਾਰੇ ਇੱਦਾਂ ਚੁੱਪ ਹੁੰਦੇ ਨੇ ਵੀ ਜਿਵੇਂ ਸਾਰਿਆਂ ਨੇ ਕੋਈ ਮਾਸਟਰ ਡਿਗਰੀ ਕਰ ਲਈ ਹੈ ਤੇ ਉਹਨਾਂ ਨੂੰ ਸਭ ਪਤਾ ਲੱਗ ਗਿਆ ਕਿ ਉਹਨਾਂ ਨੂੰ ਸਾਰੀ ਗੱਲ ਦਾ ਸਮਝ ਆ ਗਈ ਹੈ। ਤੇ ਜੇ ਕੋਈ ਉੱਠ ਹੀ ਪਵੇ ਤੇ ਪਤਾ ਸਵਾਲ ਕੀ ਹੁੰਦਾ, ਮੀਟ ਖਾਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ। ਵੇਖੋ ਕਿੱਡੀ ਵੱਡੀ ਸਮੱਸਿਆ ਹੈ, ਇੱਕੋ ਹੀ ਮਸਲਾ ਅੜਿਆ ਹੋਇਆ ਪੰਥ ਦਾ। ਬਾਕੀ ਕੋਈ ਸਵਾਲ ਨਹੀਂ ਵੀ ਜੇ ਰਾਤ 'ਚ ਸਰੀਰ ਢਿੱਲਾ ਮੱਠਾ ਹੋ ਜਾਏ, ਰਾਤੀ ਰਹਿ ਰਾਸ ਦਾ ਪਾਠ ਨਾ ਹੋਵੇ ਤੇ ਫਿਰ ਕਦੋਂ ਕਰਨਾ ਹੈ, 16 ਰਹਿ ਜਾਏ ਤੇ ਫਿਰ ਕੀ ਕਰਨਾ ਹੈ। ਜੇ ਸਵੇਰੇ ਉੱਠ ਕੇ ਇਸ਼ਨਾਨ ਨਾ ਹੋ ਸਕੇ ਤਾਂ ਫਿਰ ਨਿਤਨੇਮ ਕਿਵੇਂ ਪੂਰਾ ਕਰਨਾ ਹੈ, ਉਹ ਗੱਲਾਂ ਕੋਈ ਨਹੀਂ ਕਰਦਾ। ਕੁਦਰਤਨ ਕੋਈ ਕਕਾਰ ਵਿਸਰ ਜਾਂਦਾ ਹੈ, ਕੁਦਰਤਨ ਕਦੇ ਮੂੰਹ ਤੋਂ ਝੂਠ ਬੋਲਿਆ ਜਾਂਦਾ ਹੈ, ਤੇ ਉਹਦਾ ਇਲਾਜ ਕੀ ਹੈ। ਇਹ ਗੱਲਾਂ ਤਾਂ ਪੰਜ ਪਿਆਰੇ ਹੀ ਦੱਸਣਗੇ ਤੁਹਾਨੂੰ। ਇਹ ਮੁੜ ਕੇ ਅਸੀਂ ਥਾਂ ਤੇ ਭਟਕਦੇ ਫਿਰਦੇ ਆ। ਹੁਣ ਇਹਨਾਂ ਨੇ ਅਗਲੀ ਗੱਲ ਵੀ ਆਪਣੇ ਗੁਰੂ ਤੋਂ ਪੁੱਛ ਲਈ। ਕਹਿਣ ਲੱਗਾ ਜੀ ਇਹਦਾ ਮਾਇਨਾ, ਇਹਦੇ ਅਰਥ ਕੀ ਨੇ, ਇਹਦਾ ਉਪਦੇਸ਼ ਵੀ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਓ। ਹਾਂਜੀ।
ਤਬ ਸ਼੍ਰੀ ਨਾਨਕ ਅਰਥ ਬਖਾਨਾ ਜੇ ਸਿਮਰਹਿ ਸੇ ਨਰ ਮਤਵਾਨਾ। ਤਦੋਂ ਸਤਿਗੁਰੂ ਜੀ ਨੇ ਇਹਦੇ ਅਰਥ ਦੱਸੇ ਔਰ ਇਹ ਵੀ ਕਿਹਾ ਉਹ ਮਤਵਾਨ ਹੋਣਗੇ ਜਿਹੜੇ ਵਾਹਿਗੁਰੂ ਦਾ ਸਿਮਰਨ ਕਰਨਗੇ। ਅੱਜ ਤੁਸੀਂ ਦੱਸ ਦਿਓ ਵੀ ਸਾਡੇ ਚੋਂ ਵਾਹਿਗੁਰੂ ਦਾ ਸਿਮਰਨ ਕਰਨ ਵਾਲੇ ਕਿੰਨੇ ਕੁ ਲੋਕ ਨੇ। ਹੁਣ ਤੇ ਕੀਰਤਨ ਵਿੱਚ ਸ਼ੁਰੂ ਹੋ ਗਿਆ ਵੀ ਇੱਕ ਸ਼ਬਦ ਹੋਰ ਸੁਣਾਉਣ ਦੀ ਥਾਂ ਤੇ 15 ਮਿੰਟ ਵਾਹਿਗੁਰੂ 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 ਵਾਹਿਗੁਰੂ। ਹੁਣ ਵਾਹਿਗੁਰੂ ਸਿਮਰਨ ਦਾ ਤਰੀਕਾ ਇਹ ਨਹੀਂ ਹੈਗਾ। ਕੀਰਤਨ ਦਰਬਾਰ ਸਾਹਿਬ ਹੁੰਦਾ, ਤੁਸੀਂ ਕਦੇ ਸੁਣਿਆ ਵਾਹਿਗੁਰੂ ਵਾਹਿਗੁਰੂ ਕਰਦੇ ਨੇ? ਕੀਰਤਨ ਆਪਣੀ ਉਹ ਕੀਰਤਨ ਦੀ ਪ੍ਰਧਾਨਤਾ ਹੈ। ਹੁਣ ਸੁਖਮਨੀ ਸਾਹਿਬ ਦਾ ਪਾਠ ਹੈ, ਉਹਦੀ ਆਪਣੀ ਪ੍ਰਧਾਨਤਾ ਹੈ। ਨਿਤਨੇਮ ਹੈ, ਉਹਦੀ ਆਪਣੀ ਪ੍ਰਧਾਨਤਾ ਹੈ। ਹੁਣ ਇਹ ਕਹੀਏ ਵੀ ਸੁਖਮਨੀ ਸਾਹਿਬ ਕਰ ਲਿਆ ਕਰਾਂ ਜੀ ਮੈਂ ਨਿਤਨੇਮ ਛੱਡ ਕੇ, ਨਹੀਂ ਭਾਈ। ਨਿਤਨੇਮ ਆਪਣੀ ਥਾਂ ਹੈ, ਸੁਖਮਨੀ ਸਾਹਿਬ ਆਪਣੀ ਥਾਂ ਤੇ। ਹੁਣ ਕੋ ਕਹੇ ਜੀ ਕੀਰਤਨ ਦੀ ਥਾਂ ਤੇ ਮੈਂ ਵਾਹਿਗੁਰੂ ਵਾਹਿਗੁਰੂ ਕਰ ਲਿਆ ਕਰਾਂ, ਨਹੀਂ, ਵਾਹਿਗੁਰੂ ਆਪਣੀ ਥਾਂ ਤੇ ਹੈ, ਕੀਰਤਨ ਆਪਣੀ ਥਾਂ ਤੇ ਹੈ। ਹੁਣ ਕੋ ਕਹੇ ਜੀ ਕੀਰਤਨ ਕਥਾ ਦੀ ਥਾਂ ਤੇ ਕੀਰਤਨ ਕਰ ਲਿਆ ਕਰੀਏ, ਨਹੀਂ ਭਾਈ, ਕੀਰਤਨ ਦੀ ਆਪਣੀ ਮਹਿਮਾ ਹੈ। ਕਲਯੁਗ ਮੈਂ ਕੀਰਤਨ ਪ੍ਰਧਾਨਾ। ਕਥਾ ਜਿਹੜੀ ਉਹਦੀ ਆਪਣੀ ਵਡਿਆਈ ਹੈ। ਕਥਾ ਸੁਣਤ ਮਲ ਸਗਲੀ ਖੋਵੈ। ਹੁਣ ਇਹ ਤਾਂ ਹੈ ਨਹੀਂ ਵੀ ਆਪਾਂ ਕਹੀਏ ਵੀ ਕਥਾ ਦੀ ਥਾਂ ਕੀਰਤਨ ਕਰ ਲਓ, ਕੀਰਤਨ ਦੀ ਥਾਂ ਕਥਾ ਕਰ ਲਓ। ਸਭ ਦੀ ਆਪਣੀ ਆਪਣੀ ਪ੍ਰਧਾਨਤਾ ਹੈ। ਜੇ ਗੁਰੂ ਸਾਹਿਬ ਨੇ ਪੌਂਡਾ ਸਾਹਿਬ ਕਵੀ ਰੱਖੇ ਨੇ, ਕਵੀਆਂ ਦੀ ਆਪਣੀ ਵਡਿਆਈ ਹੈ। ਜੇ ਗੁਰੂ ਹਰਗੋਬਿੰਦ ਸਾਹਿਬ ਨੇ ਢਾਡੀ ਬਖਸ਼ੇ ਨੇ, ਢਾਡੀਆਂ ਦੀ ਆਪਣੀ ਮਹਾਨਤਾ ਹੈ। ਸਾਨੂੰ ਹਰ ਚੀਜ਼ ਨੂੰ ਸਮਝਣ ਦੀ ਲੋੜ ਹੈ ਔਰ ਉਹਨਾਂ ਦਾ ਜੋ ਮਾਣ ਮਰਤਬਾ ਗੁਰੂ ਨੇ ਸਥਾਪਿਤ ਕੀਤਾ ਹੈ, ਸਾਨੂੰ ਰੱਖਣਾ ਚਾਹੀਦਾ। ਵਾਹਿਗੁਰੂ ਸਿਮਰਨ ਦੀ ਆਪਣੀ ਵਡਿਆਈ ਹੈ। ਹੁਣ ਅੱਜ ਦੀ ਕਥਾ ਵਿੱਚੋਂ ਤੁਹਾਨੂੰ ਸਮਝ ਆਏਗੀ ਵੀ ਉਹ ਕੀ ਹੈ। ਅਸੀਂ ਕੀ ਕਰਦੇ ਹਾਂ? ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਹੁਣ ਉਹ ਅਸੀਂ ਉਹ ਧੁਨੀ ਲਾਈ, ਜਿਹੜਾ ਉਹ 31-41 ਹਜ਼ਾਰ ਤੇ ਰਾਗੀ ਸਿੰਘ ਆਇਆ ਹੁੰਦਾ ਹੈ, ਹਾਂਜੀ, ਤੇ ਜੇ ਉਹਦੇ ਤੁਸੀਂ 10-10 ਮਿੰਟ ਦੇ ਪੈਸੇ ਲਾਓ ਤੇ 7-8 ਹਜ਼ਾਰ ਦਾ ਇੱਕ ਸ਼ਬਦ ਪੜ੍ਹਦਾ ਉਹ 7-8 ਹਜ਼ਾਰ ਤੇ ਵਾਹਿਗੁਰੂ ਦੇ ਹੀ ਲੈ ਗਿਆ ਤੁਹਾਡੇ ਕੋਲੋਂ। ਜਦੋਂ ਕਿ ਉਹਦੇ ਲਈ ਉਹਨੂੰ ਬੜੀ ਕਮਾਈ ਕਰਨੀ ਪੈਣੀ ਸੀ। ਉਹਦੇ ਲਈ ਤੁਹਾਨੂੰ ਉਹਨੂੰ ਰਾਗ, ਉਹ ਸ਼ਬਦ, ਉਹ ਘਰ ਲੱਭਣਾ ਪੈਣਾ ਸੀ, ਕਿਸ ਘਰ 'ਚ ਗਾਉਣਾ ਹੈ। ਪਰ ਹੁਣ ਉਹਨਾਂ ਨੂੰ ਕੀ ਕਹੀਏ ਜਿਹੜੇ ਫਿਲਮੀ ਤਰਜ਼ਾਂ ਸੁਣਦੇ ਨੇ ਤੇ ਗਾਉਂਦੇ ਨੇ, ਉਹਨਾਂ ਨੂੰ ਕੀ ਕਹੋਗੇ ਤੁਸੀਂ? ਉਹਨਾਂ ਤੇ ਸਾਰਾ ਕੁਛ ਹੀ ਗਵਾ ਲਿਆ। ਉਹ ਇਹੀ ਕੁਛ ਰਿਹਾ। ਜਿਹੜਾ ਨਿਰਧਾਰਤ ਰਾਗਾਂ ਵਿੱਚ ਗਾਵੇ ਅਸੀਂ ਆਪ ਹੀ ਉੱਠ ਕੇ ਚਲੇ ਜਾਂਦੇ ਹਾਂ, ਕਿਉਂਕਿ ਉਹ ਮਾਤਾ ਦੀਆਂ ਨਾ ਭੇਟਾਂ ਗਾਉਂਦੇ ਸੀ ਚੰਚਲ ਜੀ। ਹੁਣ ਤਾਂ ਉਹ ਵੀ ਵਿਚਾਰੇ ਸੰਸਾਰ ਤੋਂ ਚਲੇ ਗਏ। ਪਰ ਉਹਨੇ ਇੱਕ ਕੰਮ ਵਧੀਆ ਕਰ ਦਿੱਤਾ ਕਿ ਜਦੋਂ ਵੀ ਜਗਰਾਤੇ ਹੁੰਦੇ ਨੇ ਉਹਦੇ 'ਚ ਸਾਰੀਆਂ ਗੱਲਾਂ ਪੂਰੀਆਂ ਹੋ ਜਾਂਦੀਆਂ ਨੇ। ਮਾਤਾ ਵੀ ਖੁਸ਼ ਹੋ ਜਾਂਦੀ ਹੈ ਤੇ ਪਰਿਵਾਰ ਵਾਲੇ ਵੀ ਖੁਸ਼ ਹੋ ਜਾਂਦੇ ਨੇ। ਜਿਹੜੇ ਉੱਥੇ ਸੁਣਨ ਆਉਂਦੇ ਨੇ ਉਹ ਉਦੋਂ ਖੁਸ਼ ਹੋ ਜਾਂਦੇ ਨੇ, ਕਿਉਂਕਿ ਸਾਰੀਆਂ ਤਰਜ਼ਾਂ ਚੰਗੀਆਂ ਚੰਗੀਆਂ ਫਿਲਮਾਂ ਦੀਆਂ, ਚੰਗੇ ਚੰਗੇ ਗਾਣਿਆਂ ਦੀਆਂ ਹੁੰਦੀਆਂ ਨੇ। ਤੇ ਇਹਨਾਂ ਡਾਂਸ ਤੇ ਮੇਰੇ ਖਿਆਲ ਡੀਜੇ ਤੇ ਨਹੀਂ ਕਰਦੇ ਲੋਕ ਜਿੰਨਾ ਭੇਟਾਂ ਤੇ ਕਰ ਲੈਂਦੇ ਨੇ। ਨਹੀਂ, ਭਗਤੀ ਹੋਰ ਹੈ। ਇਹ ਨੱਚਣ ਕੁੱਦਣ ਮਨ ਕਾ ਚਾਓ, ਇਹਦਾ ਉਹਦੇ ਨਾਲ ਕੀ ਸੰਬੰਧ ਹੈ? ਅਗਰ ਤੁਸੀਂ ਮਾਤਾ ਦੇ ਦਰਬਾਰ ਵਿੱਚ ਕੋਈ ਤੁਸੀਂ ਨਿਰਤਕਾਰੀ ਵੀ ਕਰਨੀ ਹੈ ਤੇ ਉਹਦੀ ਕੋਈ ਗਰਮਾ ਤੇ ਰੱਖੋਗੇ ਕਿ ਨਹੀਂ ਰੱਖੋਗੇ? ਕਿ ਉੱਥੇ ਉਹ ਜਿਹੜੇ ਬਾਲੀਵੁੱਡ ਹਾਲੀਵੁੱਡ ਦੇ ਜਿਹੜੇ ਉਹਨਾਂ ਦੇ ਡਾਂਸ ਨੇ, ਤੁਸੀਂ ਉਹਨੂੰ ਪ੍ਰਮੋਟ ਕਰੋਗੇ ਉੱਥੇ? ਤੁਸੀਂ ਹਿੰਦੁਸਤਾਨ ਦੀ ਸੰਸਕ੍ਰਿਤੀ ਵਿੱਚ ਨਿਰਤਕਾਰੀ ਦੀ ਵੀ ਇੱਕ ਆਪਣੀ ਥਾਂ ਹੈ। ਉਹ ਵੀ ਇੱਕ ਭਗਤੀ ਹੈ। ਪਰ ਹੁਣ ਜਿਹੜਾ ਉਹ ਫਿਲਮੀ ਦੁਨੀਆ ਦੇ ਵਿੱਚੋਂ ਤੁਸੀਂ ਲੈ ਕੇ ਆਉਂਦੇ ਹੋ, ਹੁਣ ਸ਼ਬਦ ਇੱਥੇ ਮੈਂ ਬੋਲਦਾ ਵੀ ਚੰਗਾ ਨਹੀਂ ਲੱਗਦਾ। ਕੀ ਉਹਨੂੰ ਤੁਸੀਂ ਇੱਦਾਂ ਪ੍ਰਮੋਸ਼ਨ ਦਿਓਗੇ, ਇੱਦਾਂ ਉਹਨੂੰ ਪ੍ਰਮੋਟ ਕਰੋਗੇ? ਕੀ ਇਹ ਚੀਜ਼ਾਂ ਤੁਸੀਂ ਪਰੋਸ ਦਿਓਗੇ ਮੰਦਿਰ ਵਿੱਚ ਲਿਆ ਕੇ? ਬਿਲਕੁਲ ਨਹੀਂ ਹੋਣਾ ਚਾਹੀਦਾ। ਸਖਤੀ ਹੋਣੀ ਚਾਹੀਦੀ ਹੈ। ਇਹ ਠੀਕ ਹੈ ਕਿ ਭਾਈ ਲਹਿਣਾ ਜੀ ਦੇ, ਗੁਰੂ ਅੰਗਦ ਸਾਹਿਬ ਦੇ ਜਿਹੜੇ ਪਿਤਾ ਜੀ ਸਨ ਫੇਰੂ ਮੱਲ ਜੀ, ਉਹ ਜਾਂਦੇ ਸਨ ਜਵਾਲਾ ਜੀ ਦੇ ਦਰਸ਼ਨਾਂ ਨੂੰ, ਹਰ ਸਾਲ ਜਾਂਦੇ ਸੀ। ਪੈਰਾਂ 'ਚ ਘੁੰਗਰੂ ਵੀ ਪਾਉਂਦੇ ਸੀ, ਲੱਕ ਨਾਲ ਚੁੰਨੀ ਵੀ ਬੰਨ੍ਹਦੇ ਸੀ, ਨੱਚਦੇ ਵੀ ਸੀ। ਪਰ ਮੈਨੂੰ ਤਾਂ ਨਹੀਂ ਲੱਗਦਾ ਵੀ ਉਹ ਹਿੰਦੀ ਫਿਲਮਾਂ ਵਾਲੇ ਠੁਮਕੇ ਮਾਰਦੇ ਹੋਣਗੇ।
ਮਤਲਬ ਕਿੱਥੇ ਪਹੁੰਚ ਗਏ ਅਸੀਂ। ਜਿਹੜੀ ਭਗਤੀ ਦੇ ਵਿੱਚ ਜਿਹੜੀ ਨਿਰਤਕਾਰੀ ਹੈ ਉਹਦੀ ਫਿਰ ਵੀ ਕੋਈ ਇੱਕ ਮਰਿਆਦਾ ਤਾਂ ਹੋਏਗੀ ਭਾਈ, ਉਹਦੇ ਕੋਈ ਸੀਮਾ ਤੇ ਹੋਏਗੀ ਨਾ। ਪਰ ਕੀ ਤੁਸੀਂ ਉਹਦੇ ਵਿੱਚ ਆਪਣੇ ਸਰੀਰ ਦਾ ਅੰਗ ਪ੍ਰਦਰਸ਼ਨ ਕਰੋਗੇ? ਤੁਸੀਂ ਨਹੀਂ, ਇਹ ਨਹੀਂ ਹੋਣਾ ਚਾਹੀਦਾ। ਤੋ ਇਸ ਕਰਕੇ ਜਿਹੜਾ ਸੱਚੇ ਪਾਤਸ਼ਾਹ ਨੇ ਸਾਨੂੰ ਸਮਝਾਇਆ ਹੈ ਉਹ ਇਹ ਹੈ ਕਿ ਉਹ ਜੀਵ ਭਾਗਾਂ ਵਾਲੇ ਨੇ। ਤਬ ਸ਼੍ਰੀ ਨਾਨਕ ਅਰਥ ਬਖਾਨਾ, ਜੇ ਸਿਮਰੈ ਤੇ ਨਰ ਮਤਵਾਨਾ। ਪਰਮਾਤਮਾ ਦਾ ਜਿਹੜਾ ਸਿਮਰਨ ਹੈ, ਹੁਣ ਪੂਰੀਆਂ ਅਸ਼ਟਪਦੀਆਂ ਨੇ ਗੁਰਬਾਣੀ ਵਿੱਚ। ਪ੍ਰਭ ਕੈ ਸਿਮਰਨ ਗਰਭ ਨਾ ਬਸੈ। ਏਡੀ ਵਡਿਆਈ ਹੈ ਪ੍ਰਭੂ ਦੇ ਸਿਮਰਨ ਦੀ। ਪ੍ਰਭ ਕੈ ਸਿਮਰਨ ਦੂਤ ਜਮ ਨਸੈ, ਪ੍ਰਭ ਸਿਮਰਤ ਕਿਛ ਬਿਘਨ ਨਾ ਲਾਗੈ। ਕੋਈ ਰੁਕਾਵਟ ਆ ਹੀ ਨਹੀਂ ਸਕਦੀ। ਦੱਸੋ ਇਦੋਂ ਵੱਡਾ ਵਿਸ਼ਵਾਸ ਤੁਹਾਨੂੰ ਕੀ ਹੋ ਸਕਦਾ ਹੈ? ਮਤਵਾਨ ਪੁਰਖ ਨੇ ਜਿਹੜੇ ਵਾਹਿਗੁਰੂ ਦਾ ਸਿਮਰਨ ਕਰਨਗੇ, ਏਕ ਨਾਮ ਤੇ ਏਕ ਨਾਮ ਤੇ ਚਤਰ ਸੁਜਾਪੂ, ਜਾਂ ਤੇ ਹੈ ਇਹ ਅਦਕ ਪ੍ਰਤਾਪੂ। ਇੱਕ ਨਾਮ ਤੋਂ 4 ਜਾਪ ਹੁੰਦੇ ਨੇ। ਇੱਕ ਵਾਹਿਗੁਰੂ ਕਹਿਣ ਦੇ ਨਾਲ 4 ਸਿਮਰਨ ਹੋ ਜਾਂਦੇ ਨੇ ਤੁਹਾਡੇ। ਤੇ ਜਿਹੜਾ ਇਹ ਸਿਮਰਨ ਕਰੇਗਾ ਉਹਦਾ ਪ੍ਰਤਾਪ ਵੱਧ ਜਾਏਗਾ। ਹੁਣ ਜਿਹੜਾ ਸਾਨੂੰ ਵਾਹਿਗੁਰੂ ਸ਼ਬਦ ਦਿੱਤਾ ਹੈ, ਹੁਣ ਸ਼ਬਦ ਦੀ ਆਪਣੀ ਇੰਨੀ ਅਹਿਮੀਅਤ ਹੈ ਕਿ ਇਹਦੇ ਵਿੱਚ 4 ਸਿਮਰਨ ਸਤਿਗੁਰੂ ਨੇ ਦਰਜ ਕੀਤੇ ਨੇ। ਹਾਂਜੀ। ਦੂਸਰ ਅਰਥ ਔਰ ਸੁਣ ਲੀਜੈ, ਜਾਪ ਕਰੇ ਸਭ ਸੰਕਟ ਛੀਜੈ। ਵਾਹਿਗੁਰੂ ਦੇ ਸਿਮਰਨ ਦਾ ਪਹਿਲਾ ਪੁੰਨ ਫਲ ਇਹ ਹੈ ਕਿ ਤੁਹਾਡੇ ਸੰਕਟ ਮਿਟ ਜਾਣਗੇ। ਹੁਣ ਤੁਸੀਂ ਉਹਨੂੰ ਕਹਤਾ ਜੀ ਇਹ ਤਾਂ ਜੀ ਜਿਹੜੇ ਭਗਤ ਸੀ ਉਹਨਾਂ ਦੀਆਂ ਆਰਤੀਆਂ ਸੀ, ਤੇ ਧੰਨਾ ਜੱਟ ਸੀਗਾ, ਫਿਰ ਉਹਨੇ ਕਿਹਾ ਵੀ ਫਿਰ ਮੇਰਾ ਤੇ ਆਰਤਾ ਹੀ ਚੱਲਣ ਦਿਓ ਤੁਸੀਂ। ਅਸੀਂ ਹੱਸ ਪੈਨੇ ਅੱਗੋਂ। ਸਾਨੂੰ ਇੱਦਾਂ ਲੱਗਦਾ ਵੀ ਬਾਬੇ ਨੇ ਬੜੀ ਗੱਲ ਕੱਢ ਕੇ ਲਿਆਂਦੀ ਹੈ ਕਿਤੇ। ਨਹੀਂ, ਆਰਤੀ ਦੇ ਅਰਥ ਕੁਛ ਹੋਰ ਨੇ, ਆਰਤੇ ਦੇ ਅਰਥ ਹੀ ਕੁਛ ਹੋਰ ਨੇ। ਆਰਤੇ ਦਾ ਅੱਖਰੀ ਅਰਥ ਜਿਹੜਾ ਉਹ ਹੈ ਦੁਖਿਆਰਾ। ਇਹ ਨੋਟ ਕਰਨਾ ਅੱਜ ਤੋਂ ਬਾਅਦ। ਇਹ ਨਹੀਂ ਕਿ ਭਗਤਾਂ ਦੀ ਆਰਤੀ ਸੀ ਤੇ ਧੰਨੇ ਦਾ ਆਰਤਾ ਸੀ ਕਿਉਂਕਿ ਉਹ ਜੱਟ ਸੀਗਾ। ਇਹ ਅਰਥ ਕਰਨੇ ਹੀ ਵੱਡੀ ਮੂਰਖਤਾ ਹੈ। ਆਰਤੇ ਦਾ ਅਰਥ ਹੁੰਦਾ ਹੈ ਦੁਖਿਆਰਾ, ਇੱਕ ਪੀੜਤ ਮਨੁੱਖ। ਗੋਪਾਲ ਤੇਰਾ ਆਰਤਾ, ਹੇ ਗੋਪਾਲ ਮੈਂ ਤੇਰਾ ਇੱਕ ਮੰਨਣ ਵਾਲਾ ਇੱਕ ਦੁਖੀ ਇਨਸਾਨ ਹਾਂ। ਮੈਂ ਇੱਕ ਫਰਿਆਦੀ ਹਾਂ, ਮੈਂ ਇੱਕ ਦੁਖਿਆਰਾ ਹਾਂ, ਮੈਂ ਇੱਕ ਲੋੜਵੰਦ ਹਾਂ, ਮੈਂ ਇੱਕ ਗਰਜਮੰਦ ਵਿਅਕਤੀ ਹਾਂ ਜਿਹੜਾ ਪੀੜਾ ਦੇ ਵਿੱਚ ਭਰਿਆ ਹੋਇਆ। ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਮੈਨੂੰ ਪਤਾ ਲੱਗਿਆ ਹੁਣ ਪਹਿਲਾ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਕਿ ਦੂਸਰ ਅਰਥ ਔਰ ਸੁਣ ਲੀਜੈ, ਜਾਪ ਕਰੇ ਸਭ ਸੰਕਟ ਛੀਜੈ। ਤੁਸੀਂ ਵਾਹਿਗੁਰੂ ਵਾਹਿਗੁਰੂ ਕਰੋ, ਸਭ ਸੰਕਟ ਮਿਟ ਜਾਣਗੇ। ਹੁਣ ਤੁਸੀਂ ਰਾਤ ਨੂੰ ਅੰਧੇਰੇ ਵਿੱਚ ਇਕੱਲੇ ਜਾ ਰਹੇ ਹੋ, ਭੈਣ ਜਾ ਰਹੀ ਹੈ, ਵੀਰ ਜਾ ਰਿਹਾ ਹੈ, ਤੁਸੀਂ ਇਕੱਲੇ ਸਕੂਟਰ ਤੇ ਜਾ ਰਹੇ ਹੋ, ਕਾਰ ਤੇ ਜਾ ਰਹੇ ਹੋ, ਉਜਾੜ ਬੀਆ ਬਾਣ ਹੈ। ਹੁਣ ਇੱਥੇ ਨਹੀਂ, ਕੈਨੇਡਾ 'ਚ ਪੁੱਛ ਲਿਓ, ਆਬਾਦੀ 3-4 ਕਰੋੜ ਹੈ ਤੇ ਏਰੀਆ ਇੰਡੀਆ ਨਾਲੋਂ ਵੀ ਵੱਡਾ ਹੈ। ਉੱਥੇ ਕਈ ਘੰਟੇ ਟਰੱਕ ਇਕੱਲਾ ਹੀ ਜਾਂਦਾ ਹੈ, ਰਸਤੇ ਵਿੱਚ ਕੁਛ ਨਹੀਂ ਹੈਗਾ। ਫਿਰ ਉੱਥੇ ਫੌਜੀਆਂ ਵਾਂਗੂ ਕਾਰਵਾਈ ਚੱਲਦੀ ਹੈ। ਟਰੱਕਾਂ ਵਾਲੇ ਇਕੱਠੇ ਹੋ ਕੇ ਟਰੱਕ ਚਲਾਉਂਦੇ ਨੇ। ਹੁਣ ਇਹ ਤਾਂ ਹੈ ਨਹੀਂ ਆਪਾਂ ਕੀ ਜੀ ਕੈਨੇਡਾ 'ਚ ਏਡਾ ਵੱਡਾ ਕ੍ਰਾਈਮ ਨਹੀਂ, ਬੰਦਾ ਇਕੱਲਾ ਆਪਣੇ ਆਪ ਤੋਂ ਹੀ ਡਰੀ ਜਾਂਦਾ ਹੈ।
ਹੁਣ ਜਦੋਂ ਤੁਸੀਂ ਕਿਤੇ ਵੀ ਇਕੱਲੇ ਹੁੰਦੇ ਹੋ ਤੇ ਉੱਥੇ ਫਿਰ ਕੀ ਕਰਦੇ ਹੋ ਤੁਸੀਂ? ਉੱਥੇ ਜਿਹੜਾ ਤੁਹਾਡੇ ਮੂੰਹ ਤੋਂ ਵਾਹਿਗੁਰੂ ਨਿਕਲਦਾ ਉਹ ਬਿਲਕੁਲ ਉਹੀ ਹੈ ਜਿਹੜਾ ਗੁਰੂ ਨਾਨਕ ਸਾਹਿਬ ਕਹਿੰਦੇ ਨੇ। ਤੁਸੀਂ ਜਦੋਂ ਕਹਿੰਦੇ ਨਾ ਵਾਹਿਗੁਰੂ ਵਾਹਿਗੁਰੂ, ਉਦੋਂ ਸੁਰਤ ਗਾਂਹ ਪਿਛਾਂ ਨਹੀਂ ਜਾਂਦੀ। ਉਦੋਂ ਤਾਂ ਉਵੇਂ ਹੀ ਹੋਏਗਾ ਜਿਵੇਂ ਬਟਨ ਦਬਾਉਂਦੇ ਵੇਂਦਾ ਬੰਦਾ ਵੀ ਟਿਊਬ ਜਗੀ ਕਿ ਨਹੀਂ ਜਗੀ। ਜਿਹੜਾ ਵਿਅਕਤੀ ਵਾਹਿਗੁਰੂ ਕਹੇਗਾ ਸਭ ਤੋਂ ਪਹਿਲਾ ਗੱਲ ਉਹਦੇ ਸੰਕਟ ਮਿਟ ਜਾਣਗੇ। ਏਡੀ ਵੱਡੀ ਮਹਾਭਾਰਤ ਦੀ ਇਹੀ ਕਥਾ ਹੈ। ਭੱਜੀ ਫਿਰਦੀ ਹੈ ਦ੍ਰੋਪਦੀ, ਕਦੇ ਉਹਦੇ ਕੋਲ ਕਦੇ ਉਹਦੇ ਕੋਲ ਕਦੇ ਉਹਦੇ ਕੋਲ। ਪਹਿਲਾਂ ਅਰਜਨ ਕੋਲੇ ਗਈ ਹੈ, ਫਿਰ ਉਹ ਯੁਧਿਸ਼ਟਰ ਕੋਲੇ ਗਈ ਹੈ, ਫਿਰ ਉਹ ਭੀਮ ਕੋਲੇ ਗਈ ਹੈ, ਫਿਰ ਉਹ ਭੀਸ਼ਮ ਪਿਤਾਮੇ ਕੋਲ ਗਈ ਹੈ, ਫਿਰ ਉਹ ਦਰੋਣਾਚਾਰੀਆ ਕੋਲ ਗਈ ਹੈ, ਫਿਰ ਉਹ ਧ੍ਰਿਤਰਾਸ਼ਟਰ ਕੋਲ ਵੀ ਗਈ ਹੈ। ਕੀ ਉਹਨੂੰ ਪਤਿਆਰਾ ਕਹਿੰਦੇ ਨੇ ਹੁਣ ਸ਼ਾਇਦ, ਸਹੁਰੇ ਦੇ ਭਰਾ ਨੂੰ, ਉਹਦੇ ਕੋਲੇ ਵੀ ਗਈ ਹੈ। ਉਹਨੇ ਕਿਹਾ ਜੀ ਮੈਨੂੰ ਤਾਂ ਦੀਦਾ ਹੀ ਨਹੀਂ, ਕੰਮ ਹੀ ਖਤਮ ਕੀਤਾ ਉਹਨੇ। ਉਹ ਕਹਿੰਦਾ ਵੀ ਕੁੜੀਏ ਮੈਨੂੰ ਤਾਂ ਦੀਦਾ ਹੀ ਕੁਛ ਨਹੀਂ ਗਾ, ਬਸ ਜੋ ਹੁੰਦਾ ਹੋਈ ਜਾਣ ਦਿਓ। ਹੁਣ ਉੱਥੇ ਫਿਰ ਕਹਿੰਦੇ ਵੀ ਉਹਨੇ ਭਗਵਾਨ ਨੂੰ ਯਾਦ ਕੀਤਾ। ਹੁਣ ਤੁਸੀਂ ਦੱਸੋ ਕਿਹੜੀ ਧੁਨੀ 'ਚ ਕੀਤਾ ਹੋਏਗਾ? ਜਦੋਂ ਤੇਂਦੂਏ ਨੇ ਹਾਥੀ ਨੂੰ ਫੜਿਆ ਤੇ ਗੱਜ ਗਰਾ ਤੇ ਕਿਵੇਂ ਛੂਟਾ? ਜਦੋਂ ਵੀ ਤੁਸੀਂ ਵਾਹਿਗੁਰੂ ਦਾ ਸਿਮਰਨ ਕਰੋਗੇ ਤਾਂ ਉਹਦੀ ਵਡਿਆਈ ਇਹ ਹੈ ਕਿ ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ। ਮੈਂ ਤਾਂ ਹਮੇਸ਼ਾ ਬੇਨਤੀ ਕਰਦਾ ਵੀ ਇਹ ਤੇ ਬਹੁਤ ਪਿਆਰਾ ਜਿਹਾ ਰਿਸ਼ਤਾ ਹੈ ਤੁਹਾਡੇ ਘਰ 'ਚ, ਮਾਂ ਪੁੱਤਰ ਵਾਲਾ। ਔਰ ਜਿਹੜੇ ਰੱਬ ਦੇ ਨਵਾਜੇ ਸੇਵਕ ਆਏ ਉਹਨਾਂ ਨੇ ਤੇ ਧਾਰਨਾ ਵੀ ਲਾਈਆਂ ਕਿ ਜਿਵੇਂ ਮਾਵਾਂ ਨੂੰ ਪੁੱਤਰ ਪਿਆਰੇ, ਭਗਤ ਪਿਆਰੇ ਰੱਬ ਨੂੰ। ਭਗਤ ਦਾ ਤੇ ਰੱਬ ਦਾ, ਮਾਂ ਤੇ ਪੁੱਤਰ ਦਾ ਸੇਮ ਬਰਾਬਰ ਰਿਸ਼ਤਾ ਹੈ, ਇੱਕੋ ਜਿਹਾ, ਇਕੁਅਲ। ਬਸ ਫਰਕ ਇੰਨਾ ਹੀ ਹੈ। ਹੁਣ ਤੁਸੀਂ ਤੁਰੇ ਹੋ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ, ਚੱਲ ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਦੱਸੋ ਹੋਰ ਕੀ ਚਾਹੀਦਾ? ਬੱਚੇ ਨੇ ਇੱਕ ਵਾਰੀ ਕਿਹਾ ਹੈ, ਮਾਂ ਦੇ ਕੱਪੜੇ ਧੋਂਦੀ ਦੇ ਕੱਪੜੇ ਛੁੱਟ ਗਏ, ਆਟਾ ਗੁੰਨਦੀ ਦੀ ਪਰਾਤ ਛੁੱਟ ਗਈ, ਰੋਟੀਆਂ ਪਕਾਉਂਦੀ ਦਾ ਵੇਲਣਾ ਛੁੱਟ ਗਿਆ। ਭੱਜ ਕੇ ਗਈ ਹੈ, ਮੇਰੇ ਲਾਲ ਨੂੰ ਕੀ ਹੋਇਆ? ਪੁੱਤ ਕੀ ਹੋਇਆ ਤੈਨੂੰ? ਮੇਰੇ ਪੁੱਤ ਨੇ ਕੀ ਲੈਣਾ ਹੈ? ਉਹਨੇ ਇੱਕ ਵਾਰੀ ਮਾਂ ਕਿਹਾ, ਇੱਧਰ ਤੇ ਟੇਬਰ ਗਾੜੀ ਸ਼ੁਰੂ ਹੋ ਗਈ। ਮੇਰੇ ਪੁੱਤ ਨੂੰ ਭੁੱਖ ਲੱਗੀ ਹੋਣੀ ਹੈ, ਮੇਰੇ ਪੁੱਤ ਨੂੰ ਨੀਂਦ ਆਈ ਹੋਣੀ ਹੈ। ਉਹ ਇੱਕ ਵਾਰੀ ਵਾਹਿਗੁਰੂ ਕਹੋ ਤਾਂ ਸਹੀ ਭਾਈ। ਤੁਸੀਂ ਜਦੋਂ ਉਸ ਵਾਹਿਗੁਰੂ ਨੂੰ ਉਵੇਂ ਯਾਦ ਕਰਿਓ ਜਿਵੇਂ ਬੱਚਾ ਕਰਦਾ ਹੈ। ਤੇ ਮੈਂ ਰੋਜ਼ ਬੇਨਤੀ ਕਰਦਾ ਵੀ ਸਾਰੇ ਕਹਿੰਦੇ ਨੇ ਅਸੀਂ ਬੱਚਿਆਂ ਵਾਂਗੂ ਕਰਦੇ ਆ, ਤੇ ਮੈਨੂੰ ਤੁਸੀਂ ਦੱਸ ਦਿਓ ਦੁਨੀਆ ਦੇ ਵਿੱਚ ਕਿਹੜਾ ਬੱਚਾ ਹੈ ਜਿਹਨੇ ਆਪਣੀ ਮਾਂ ਬਦਲੀ ਤੇ ਆਪਣਾ ਪਿਓ ਬਦਲਿਆ ਹੋਵੇ? ਹਾਂ, ਇਹ ਜ਼ਰੂਰ ਹੈਗਾ ਕਿ ਉਹ ਕਵੇ ਵੀ ਨਹੀਂ ਤੂੰ ਮੇਰੀ ਮਾਂ ਨਹੀਂ ਹੈਗੀ, ਮੈਂ ਨਹੀਂ ਤੈਨੂੰ ਆਪਣੀ ਮਾਂ ਮੰਨਦਾ। ਤੇ ਫਿਰ ਉਹ ਪਤਾ ਜਿਹੜੀ ਸਿਆਣੀ ਹੁੰਦੀ ਉਹ ਕਹਿੰਦੀ ਹੈ ਅੱਛਾ ਫਿਰ ਮੈਨੂੰ ਦੱਸ ਦੇ ਹੁਣ ਤੂੰ ਕਿਹੜੀ ਮਾਂ ਬਣਾਈ ਹੈ। ਪੁੱਤ ਮੈਂ ਵੀ ਵੇਖਾਂ ਤਾਂ ਸਹੀ ਨਾ ਵੀ ਦਹੀਂ ਦੀ ਫੁੱਟੀ ਨਾਲ ਰੋਟੀ ਕੌਣ ਦਿੰਦੀ ਹੈ। ਜੇ ਮੈਂ ਤੇਰੀ ਮਾਂ ਨਹੀਂ ਤੇ ਮੈਨੂੰ ਦੱਸ ਦੇ ਸਹੀ ਨਾ ਵੀ ਹੁਣ ਮਾਂ ਬਣਾਈ ਕਿਹੜੀ ਉਹ, ਕਿਉਂਕਿ ਮਾਂ ਹੀ ਹੈ, ਮਾਂ ਦੀ ਦੂਜੀ ਮਾਂ ਨਹੀਂ ਹੋ ਸਕਦੀ। ਕਦੇ ਸੁਣਿਆ ਬੱਚੇ ਨੇ ਕੋਈ ਬਾਪ ਨਵਾਂ ਬਣਾਇਆ ਹੋਵੇ? ਇੱਕ ਆਪਾਂ ਹੀ ਆ, ਇੱਕ ਗੁਰੂ ਛੱਡਿਆ, ਦੂਜਾ ਛੱਡਿਆ, ਤੀਜਾ ਛੱਡਿਆ, ਚੌਥਾ ਕੋਈ ਮੜੀ ਕੋਈ ਮਸਾਣੀ। ਹੁਣ ਜੇ ਮੈਂ ਨਾਂ ਲਵਾਂ ਤੇ ਫਿਰ ਅੱਜ ਕੱਲ੍ਹ ਉਹ ਅਗਲੇ ਕਹਿੰਦੇ ਜੀ ਇਹ ਬੇਅਦਬੀ ਹੋ ਗਈ ਜੀ। ਜੇ ਬੱਚਾ ਇੱਕ ਵਾਰੀ ਮੰਗਦਾ ਹੈ ਤੇ ਮਾਂ ਪਿਓ 1000 ਵਾਰੀ ਦਿੰਦਾ ਹੈ ਤਾਂ ਉਹਦਾ ਕਾਰਨ ਇਹ ਹੈ, ਮੈਂ ਤਾਂ ਰੋਜ਼ ਬੇਨਤੀ ਕਰਦਾ, ਬੱਚਾ ਰੁੱਸ ਕੇ ਘਰ ਛੱਡ ਸਕਦਾ ਹੈ,
ਬੱਚਾ ਭੂਆ ਘਰ, ਚਾਚੇ ਘਰ, ਤਾਏ ਘਰ, ਮਾਮੇ ਘਰ ਜਾ ਸਕਦਾ ਹੈ, ਪਰ ਬੱਚਾ ਮਾਂ ਪਿਓ ਨਹੀਂ ਬਦਲ ਸਕਦਾ। ਜੇ ਤੁਹਾਨੂੰ ਕੋਈ ਮਿਲਿਆ ਹੋਵੇ ਤੇ ਮੈਨੂੰ ਜ਼ਰੂਰ ਦੱਸਿਓ ਜਿਹਨੇ ਮਾਂ ਪਿਓ ਬਦਲਿਆ ਹੋਵੇ। ਫਿਰ ਉਹਨੂੰ ਪਤਾ ਕੀ ਕਹਿੰਦੇ ਨੇ, ਇਹ ਮੇਰੀ ਮਾਂ ਬੋਲੀ, ਇਹ ਮੂੰਹ ਬੋਲੀ ਮਾਂ ਹੈ, ਇਹ ਮੇਰੀ ਮੂੰਹ ਬੋਲੀ ਭੈਣ ਹੈ, ਇਹ ਮੇਰਾ ਮੂੰਹ ਬੋਲਿਆ ਬਾਪ ਹੈ। ਔਰ ਇਹਨੂੰ ਤੇ ਰੱਬ ਨੇ ਵੀ ਪ੍ਰਵਾਨ ਨਹੀਂ ਕੀਤਾ। ਅੱਜ ਤੁਸੀਂ ਲੱਖ ਕਹੀ ਜੇ ਬੱਚਾ ਮੇਰਾ, ਅਗਲੇ ਕਹਿੰਦੇ DNA ਟੈਸਟ ਲਿਆ, ਉਥੋਂ ਪਤਾ ਲੱਗ ਜਾਏਗਾ ਤੇਰਾ ਬਾਪ ਕੌਣ ਹੈ। ਦੇਖੋ ਸਾਇੰਸ ਨੇ ਤਰੱਕੀ ਕੀਤੀ ਹੈ, ਪਰ ਉਸ ਕੁਦਰਤ ਨੂੰ ਵੀ ਮੱਥਾ ਟੇਕਣਾ ਪੈਣਾ ਹੈ ਜਿਹਨੇ ਤੁਹਾਡੇ DNA ਦੇ ਵਿੱਚ ਦੱਸਿਆ ਹੋਇਆ ਵੀ ਤੁਸੀਂ ਇਹਦਾ ਅਸਲੀ ਬਾਪ ਲੱਭ ਸਕਦੇ ਹੋ ਕੌਣ ਹੈਗਾ। ਬੱਚਿਆਂ ਵਾਂਗੂ ਤੁਸੀਂ ਮੰਗੋਗੇ, ਬੱਚਿਆਂ ਵਾਂਗੂ ਜਦੋਂ ਤੁਸੀਂ ਮਾਂ ਕਹੋਗੇ, ਤੁਸੀਂ ਇੱਕ ਵਾਰੀ ਮਾਂ ਕਹੋਗੇ, ਅੱਗੋਂ ਉਹ ਮਾਂ ਤੁਸੀਂ ਕਹੋਗੇ ਮਾਂ, ਤੇ ਮਾਂ ਕੀ ਕਹਿੰਦੀ ਹੈ, ਹਾਂ, ਉਸੇ ਵੇਲੇ ਜਵਾਬ ਆਏਗਾ ਤੁਹਾਨੂੰ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਭਾਈ ਸ਼ੀਹੇ ਨੂੰ, ਭਾਈ ਗੱਜਣ ਨੂੰ, ਕਿ ਭਾਈ ਉਸ ਪਰਮਾਤਮਾ ਦਾ ਸਿਮਰਨ ਕਰਕੇ ਤਾਂ ਵੇਖੋ, ਦੂਸਰ ਅਰਥ ਔਰ ਸੁਣ ਲੀਜੈ, ਜਾਪ ਕਰੇ ਸਭ ਸੰਕਟ ਛੀਜੈ, ਸਭ ਸੰਕਟ ਮਿਟ ਜਾਣਗੇ। ਮਨ ਮੇਰੋ ਗੱਜ, ਜੇ ਵਾ ਮੇਰੀ ਕਾਤੀ, ਮੱਪ ਮੱਪ ਕਾਟੋ ਜਮ ਕੀ ਫਾਂਸੀ। ਜਿੱਦਨ ਮੂੰਹ ਨਾਲ ਵਾਹਿਗੁਰੂ ਕਹੋਗੇ ਨਾ, ਕੀ ਬਣੇਗਾ, ਪਰ ਉਹਦੇ 'ਚ ਮਨ ਸ਼ਾਮਲ ਹੋਣਾ ਚਾਹੀਦਾ, ਇਕਾਗਰਤਾ ਲਿਵ ਹੋਣੀ ਚਾਹੀਦੀ ਹੈ। ਮਨ ਦਾ ਮੀਟਰ ਬਣ ਜਾਏਗਾ, ਜ਼ਬਾਨ ਦੀ ਕੈਂਚੀ ਬਣ ਜਾਏਗੀ, ਤੇ ਆਖਿਆ ਮੂੰਹ ਦਾ ਸ਼ਬਦ ਜਿਹੜਾ ਇੱਕ ਇੱਕ ਮੀਟਰ ਕਰਕੇ ਜਮਾਂ ਦੀ ਫਾਈ ਕੱਟ ਦੇਗਾ ਤੁਹਾਡੀ। ਹਾਂਜੀ। ਵਾਹੇ ਨਾਮ ਅਚਰਜ ਪਹਿਚਾਨੋ, ਜਿਹ ਕੀ ਸਤਿਆ ਜਗ ਪ੍ਰਗਟਾਨੋ। ਵਾਹ ਦਾ ਅਰਥ ਹੈ ਅਚਰਜ, ਉਸ ਰੱਬ ਦੀ ਏਡੀ ਵੱਡੀ ਸਤਿਆ ਹੈ। ਤੁਸੀਂ ਜਿਹਨੂੰ ਅਜੂਬੇ ਕਹਿੰਦੇ ਹੋ ਕੀ ਹੈ? 7 ਅਜੂਬੇ ਮੰਨੇ ਗਏ। ਹੁਣ ਇਹ ਕੀ ਹੈ? ਇਹ ਕੁਦਰਤ ਦੀ ਕਲਾ ਹੈ, ਔਰ ਇੱਥੋਂ ਤੱਕ ਵੀ ਮੰਨਿਆ ਗਿਆ ਕਿ ਜੇ ਕਿਸੇ ਮਿਸਤਰੀ ਨੇ ਤਾਜ ਮਹਿਲ ਬਣਾਇਆ ਤੇ ਰਾਜੇ ਨੇ ਉਹਦੇ ਹੱਥ ਵੱਢ ਦਿੱਤੇ, ਉਹਨੂੰ ਪਤਾ ਸੀ ਇਹ ਕਲਾ ਇਹਦੇ ਹੱਥਾਂ ਵਿੱਚ ਹੀ ਰੱਬ ਨੇ ਪਾਈ, ਹਰ ਬੰਦੇ ਦੇ ਹੱਥਾਂ 'ਚ ਨਹੀਂ ਹੈਗੀ ਕੋਈ ਤਾਜ ਮਹਿਲ ਬਣਾ ਲੇਗਾ। ਮੈਂ ਤਾਂ ਹਮੇਸ਼ਾ ਬੇਨਤੀ ਕਰਦਾ ਕਿ ਆਪਾਂ ਬੰਦੇ ਨੂੰ ਅਹਿਮੀਅਤ ਦਿੰਦੇ ਆ, ਨਹੀਂ। ਵੇਖੋ ਇਹਦੇ 'ਚ ਕੋਈ ਅਤ ਕਥਨੀ ਨਹੀਂ ਹੈਗੀ ਕਿ ਜਿੰਨਾ ਦ੍ਰਿਸ਼ਟਮਾਨ ਜਿਹੜੀ ਜਿੰਨੀ ਇਹ ਡਿਵੈਲਪਮੈਂਟ ਹੈ, ਇਹ ਬੰਦੇ ਦੀ ਕਰਾਮਾਤ ਹੈ। ਟ੍ਰੇਨਾਂ ਨੇ, ਜਹਾਜ਼ ਨੇ, ਗੱਡੀਆਂ ਨੇ, ਬਿਲਡਿੰਗਾਂ ਨੇ, ਮਲਟੀ ਸਟੋਰੀ ਬਿਲਡਿੰਗਾਂ ਨੇ, ਇਹ ਬੰਦੇ ਦੀ ਕਰਾਮਾਤ ਹੈ। ਪਰ ਇਹ ਦੱਸੋ ਕਿ ਬੰਦਾ ਕਿਹਦੀ ਕਰਾਮਾਤ ਹੈ? ਇਹ ਜਿਹੜਾ ਬੰਦਾ ਬਣਿਆ ਹੈ ਇਹ ਕਿਹਦੀ ਕਰਾਮਾਤ ਹੈ? ਬੰਦਾ ਵੀ ਤਾਂ ਕਿਸੇ ਦੀ ਕਰਾਮਾਤ ਹੈ ਨਾ। ਇਸ ਕਰਕੇ ਜਿਹੜਾ ਤੁਸੀਂ ਵਾਹੇ ਕਹਿੰਦੇ ਹੋ, ਇਹਦੇ ਤੋਂ ਅਰਥ ਹੈ ਅਚਰਜ। ਪਰਮਾਤਮਾ ਹੀ ਅਚਰਜ ਹੈ। ਅਚਰਜ ਤੇਰੀ ਕੁਦਰਤ। ਪਰਮਾਤਮਾ ਤੇਰੀ ਕੁਦਰਤ ਨੂੰ ਵੇਖ ਕੇ ਬੰਦਾ ਹੈਰਾਨ ਹੋ ਜਾਂਦਾ ਹੈ, ਹੈਰਾਨ ਰਹਿ ਜਾਂਦਾ ਹੈ। ਮੈਨੂੰ ਇੱਕ ਦਿਨ ਕਿਸੇ ਨੇ ਪੰਛੀਆਂ ਦੇ ਤੇ ਫੁੱਲਾਂ ਦੇ ਬੜੇ ਸਾਰੇ WhatsApp ਕੱਢੇ। ਮੈਂ ਕਹਿੰਦਾ ਜੀ ਤੁਸੀਂ ਉਹ ਸਾਰੇ WhatsApp ਅਗਰ ਤੁਹਾਨੂੰ ਕਿਤੇ ਮਿਲ ਜਾਣ, ਉਹਨਾਂ ਪੰਛੀਆਂ ਦੀ ਸ਼ੇਪ, ਉਹਨਾਂ ਦੇ ਕਲਰ, ਉਹਨਾਂ ਦੀਆਂ ਆਵਾਜ਼ਾਂ, ਫਿਰ ਫੁੱਲ, ਉਹਨਾਂ ਦੇ ਰੰਗ, ਉਹਨਾਂ ਪੰਛੀਆਂ ਦੇ ਰੰਗ, ਕੋਈ ਅੱਜ ਦਾ ਵਿਅਕਤੀ ਉਹਦੀ ਕਾਪੀ ਵੀ ਨਹੀਂ ਕਰ ਸਕਦਾ।
ਜਿੰਨੀ ਮਰਜ਼ੀ ਤਰੱਕੀ ਹੋ ਗਈ ਹੋਵੇ ਇਸ ਖੇਤਰ ਵਿੱਚ, ਉਸ ਪੰਛੀ ਦੀ ਤਸਵੀਰ ਵੀ ਬੰਦਾ ਨਹੀਂ ਬਣਾ ਸਕੇਗਾ ਉਸ ਤਰ੍ਹਾਂ ਦੀ ਜਿੱਦਾਂ ਦਾ ਪੰਛੀ ਰੱਬ ਨੇ ਬਣਾ ਦਿੱਤਾ ਹੈ। ਕਿਆ ਉਹਨਾਂ ਵਿੱਚ ਰੰਗ ਭਰੇ ਨੇ, ਕਿਆ ਉਹਨਾਂ ਰੰਗਾਂ ਦੀ ਪ੍ਰਮਾਤਮਾ ਨੇ ਮੈਚਿੰਗ ਕੀਤੀ ਹੈ, ਕਿਆ ਕੁਦਰਤ ਦੇ ਫੁੱਲ ਰੱਬ ਨੇ, ਸਾਨੂੰ ਤਾਂ 2-4 ਫੁੱਲਾਂ ਦਾ ਪਤਾ ਹੈ ਤੇ 5-7 ਪੰਛੀਆਂ ਦਾ ਪਤਾ ਹੈ। ਘੁੱਗੀ ਹੁੰਦੀ, ਕਬੂਤਰ ਹੁੰਦਾ, ਚਿੜੀ ਹੁੰਦੀ ਹੈ, ਕਾਂ ਹੁੰਦਾ ਹੈ, ਮੋਰ ਹੁੰਦਾ ਹੈ ਤੇ ਬਾਜ ਹੁੰਦਾ ਹੈ, ਇੱਲ ਹੁੰਦੀ ਹੈ। ਬਾਕੀ ਸਾਨੂੰ ਕੀ ਪਤਾ? ਕੁਝ ਵੀ ਨਹੀਂ ਪਤਾ। ਹਾਂਜੀ। ਜਿਹ ਸਤਿਆ ਕਰ ਲਖਿਅਤ ਭਵ ਹੈ, ਸੋ ਨਹਿ ਲਖੀ ਜਾਏ ਅਨਭਵ ਹੈ। ਜਿਸ ਪਰਮਾਤਮਾ ਦੀ ਸਤਿਆ ਕਰਕੇ, ਜੈ ਸਤਿਆ ਕਰ ਲਖੀਅਤ ਭਵ ਹੈ, ਉਹ ਕਿਹਦੀ ਸਤਿਆ ਹੈ? ਕਿ ਤੁਸੀਂ ਸੰਸਾਰ ਨੂੰ ਜਾਣਦੇ ਹੋ। ਹੁਣ ਤੁਸੀਂ ਕਿਸੇ ਬੰਦੇ ਨੂੰ ਪੁੱਛੋ ਵੀ ਤੁਹਾਨੂੰ ਉਹ ਪਤਾ ਹੈ, ਉਹ ਕਹਿੰਦਾ ਜੀ ਮੈਨੂੰ ਪਤਾ ਹੈ। ਕਈ ਬੜੇ ਬੰਦੇ ਹਜ਼ਰਤ ਨੇ, ਕਿੰਨੀ ਕੁ ਨੌਲੇਜ ਉਹਨਾਂ ਕੋਲੇ ਹੈ, ਕਿੰਨੀ ਕੁ ਇਨਫੋਰਮੇਸ਼ਨ ਉਹਨਾਂ ਕੋਲੇ ਹੈ। ਅੱਜ ਕੱਲ੍ਹ ਨਾ ਇੱਕ ਬੜੀ ਵਧੀਆ ਚੀਜ਼ ਹੈ, ਜੇ ਤੁਸੀਂ ਇਹਨੂੰ ਪੋਜ਼ਿਟਿਵ ਵੇਖਣਾ ਸ਼ੁਰੂ ਕਰੋ ਨਾ ਤੇ ਬਹੁਤ ਕੁਝ ਹੈ। ਕਦੇ ਜਿਹੜੇ IAS ਅਫਸਰ ਬਣਦੇ ਨੇ, IPS ਬਣਦੇ ਨੇ, ਕਦੇ ਇਹਨਾਂ ਦੀ ਇੰਟਰਵਿਊ ਸੁਣਿਓ, ਉਹ ਅੱਜ ਕੱਲ੍ਹ ਆਉਂਦੀ ਹੈ। ਆਪਾਂ ਤਾਂ ਉਦੋਂ ਹੀ ਲੱਗਦਾ ਵੀ ਤੂੰ DC ਲੱਗਿਆ, ਤੇ ਸਾਨੂੰ ਇਹ ਨਹੀਂ ਪਤਾ ਵੀ DC ਲੱਗਦਾ ਕਿਵੇਂ ਹੈ। ਕਦੇ ਉਹਨਾਂ ਦੀ ਇੰਟਰਵਿਊ ਸੁਣਿਓ, ਫਿਰ ਤੁਹਾਨੂੰ ਪਤਾ ਹੋਏਗਾ ਵੀ ਉਹ ਜਿਹੜੇ ਐਗਜ਼ਾਮੀਨਰ ਨੇ ਉਹਨਾਂ ਨੂੰ ਵੀ ਮੱਥਾ ਟੇਕਣਾ ਹੀ ਬਣਦਾ ਹੈ, ਤੇ ਜਿਹੜੇ ਬੱਚੇ ਕੁਆਲੀਫਾਈ ਕਰਦੇ ਨੇ ਮੈਂ ਕਹਿੰਦਾ ਉਹਨਾਂ ਨੂੰ ਵੀ ਮੱਥਾ ਟੇਕਣਾ ਹੀ ਬਣਦਾ ਹੈ। ਉਹ ਤੂੰ ਕਿਹੜੇ ਇਲਾਕੇ ਤੋਂ? ਕਹਿੰਦਾ ਜੀ ਉਸ ਤੋਂ। ਕਹਿੰਦਾ ਤੇਰੇ ਇਲਾਕੇ 'ਚ ਕਿਹੜੀ ਚੀਜ਼ ਖਾਸ ਹੈ? ਉਹ ਕਹਿੰਦਾ ਜੀ ਇਹ ਹੈ। ਕਹਿੰਦਾ ਉਹ ਕਿਉਂ ਖਾਸ ਹੈ? ਮੈਂ ਕਈ ਵਾਰੀ ਵਿਹਲਾ ਹੋਵਾਂ ਤਾਂ ਸੁਣਦਾ, ਫਿਰ ਜੀ ਕਰਦਾ ਵੀ ਇਹਨਾਂ ਬੱਚਿਆਂ ਨੂੰ ਤੇ ਘੁੱਟ ਕੇ ਜੱਫੀ ਪਾ ਲੈਣੀ ਚਾਹੀਦੀ ਵੀ ਇੰਨੀ ਨੌਲੇਜ ਤੁਹਾਨੂੰ। ਇੱਥੇ ਤਾਂ ਰੋਜ਼ ਬੰਗਲਾ ਸਾਹਿਬ ਆਉਣ ਵਾਲੇ ਨੂੰ ਪੁੱਛ ਕੇ ਵੇਖ ਲਓ ਬੰਗਲਾ ਸਾਹਿਬ ਬਾਰੇ, ਉਹ ਕਹਿੰਦਾ ਜੀ ਮੈਨੂੰ ਤਾਂ ਪਤਾ ਨਹੀਂ। ਜਿਹਨੂੰ ਸ਼ੋਕਾ ਰੋਡ ਗੇਟ ਦਾ ਪਤਾ, ਉਹਨੂੰ ਸ਼ੋਕਾ ਰੋਡ ਦਾ ਹੀ ਪਤਾ ਹੈ, ਉਹਨੂੰ ਦੂਜੇ ਗੇਟ ਦਾ ਹੀ ਨਹੀਂ ਪਤਾ। ਉਹ ਗਿਆ ਹੀ ਨਹੀਂ ਕਦੇ ਉੱਧਰ, ਕਹਿੰਦਾ ਰੋਡ ਹੀ ਕੋਈ ਨਹੀਂ। ਜਿਹੜੇ ਬਾਹਰ ਜੁੱਤੀ ਲਾ ਕੇ ਮੱਥਾ ਟੇਕਦੇ ਉਹਨਾਂ ਨੂੰ ਕਹੋ ਜੀ ਥੱਲੇ ਜੋੜਾ ਕਰ, ਕਹਿੰਦਾ ਜੀ ਮੈਨੂੰ ਤਾਂ ਇਹ ਵੀ ਨਹੀਂ ਪਤਾ। ਆਪਾਂ ਤਾਂ ਉੱਦਾਂ ਹੀ ਗੁਆਚੇ ਫਿਰਦੇ ਆ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਇਹ ਵੀ ਉਸ ਪਰਮਾਤਮਾ ਦੀ ਅਚਰਜਤਾ ਹੈ ਕਿ ਉਹਦੀ ਬਣਾਈ ਕੁਦਰਤ ਦਾ ਤੁਸੀਂ ਅਨੁਭਵ ਕਰਦੇ ਹੋ, ਜਾਣਕਾਰੀ ਲੈਂਦੇ ਹੋ। ਸੋ ਨਹਿ ਲਖੀ ਜਾਏ ਅਨੁਭਵ ਹੈ। ਬਾਹਰ ਮੁਖੀ ਤਾਂ ਤੁਸੀਂ ਜਾਣ ਲਓਗੇ, ਪਰ ਉਹਦਾ ਅਨੁਭਵ ਕਰ ਸਕਣਾ, ਅੰਤਰੀਵ ਉਹਦੇ ਭੇਦ ਨੂੰ ਸਮਝ ਸਕਣਾ, ਇਹ ਸਾਡੇ ਵੱਸ ਵਿੱਚ ਵੀ ਨਹੀਂ ਹੈਗਾ। ਹੁਣ ਏਡੇ ਪਹਾੜ ਬਣੇ, ਹੁਣ ਪਤਾ ਲੱਗਦਾ ਵੀ ਪਹਾੜਾਂ ਦੀ ਵੀ ਖੁਦਾਈ ਹੁੰਦੀ ਹੈ, ਜੰਗਲਾਂ ਦੀ ਖੁਦਾਈ ਹੁੰਦੀ ਹੈ, ਉੱਥੋਂ ਸਮੁੰਦਰਾਂ ਦੀ ਖੁਦਾਈ ਵਿੱਚੋਂ ਤੇਲ ਨਿਕਲਦਾ ਹੈ। ਹੁਣ ਸਾਨੂੰ ਤਾਂ ਪਤਾ ਵੀ ਸਮੁੰਦਰ ਹੀ ਹੈ, ਤੇ ਅਸੀਂ ਸੋਚਦੇ ਵੀ ਸਮੁੰਦਰ ਦੇ ਥੱਲੇ ਕੀ ਹੋਣਾ ਹੈ, ਸਮੁੰਦਰ ਦੇ ਵਿੱਚ ਕੀ ਹੈ, ਸਾਨੂੰ ਇਹ ਵੀ ਨਹੀਂ ਪਤਾ। ਇਹ ਤੇ ਕੋਈ ਖਨਨ ਵਾਰਾ ਹੋਏਗਾ ਤੇ ਲੱਭ ਕੇ ਲਿਆਏਗਾ ਉਹਦੇ ਚੋਂ ਵੀ ਇਹਦੇ 'ਚ ਕੀ ਰੱਖਿਆ ਹੋਇਆ। ਤੋ ਉਸ ਵਾਹਿਗੁਰੂ ਨੂੰ ਕਹਿਣਾ, ਵਾਹ ਜਿਹੜਾ ਸ਼ਬਦ ਹੈ ਇਹ ਅਚਰਜਤਾ ਦਾ ਲਖਾਇਕ ਹੈ। ਸੱਚੇ ਪਾਤਸ਼ਾਹ ਕਿਰਪਾ ਕਰਨ, ਅਗਲੀ ਕਥਾ ਆਪਾਂ ਕੱਲ ਗੁਰੂ ਕੀ ਗੋਦ ਵਿੱਚ ਬੈਠ ਕੇ ਸੁਣੀਏ। ਸਮਾਂ ਸਮਾਪਤ ਹੈ, ਭੁੱਲਾਂ ਬਖਸ਼ੋ ਜੀ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।